श्री नानक अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद इसमें है अमृत ज्ञान है माणिक भगत बैराग श्री गुरु ग्रंथ साहिब उदद बंदव कार्य अनुराग श्री गुरु शब्द कहाए जिन जीते पंच विकार तिन संतन को बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा डेरा जसी ग्राम पर तह एक ताल विसाल शस्त्र बस्त्र के सहत गुर पे प्रवेश तिस काल वाहिगुरु जी का खालसा वाहिगुरु जी की फतेह। धन धन ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਪੋਰਾ ਸਾਹਿਬ ਜੀ ਪਾਤਸ਼ਾਹੀ ਨੌਵੇਂ ਵਿਖੇ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਅਮਰ ਕਥਾ ਸ਼ਰਧਾ ਅਤੇ ਭਾਵਨਾ ਦੇ ਸਹਿਤ ਸਰਵਣ ਕਰਨ ਹਿਤ ਨਿਤਾ ਪ੍ਰਤੀ ਦੀ ਤਰ੍ਹਾਂ ਹਾਜ਼ਰੀਆਂ ਭਰ ਰਹੇ ਜੁੜਵੇਂ ਬੈਠੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਅਨੇਕਾਂ ਕੌਤਕ ਕੀਤੇ ਹਨ। ਦੀਵਾਨੇ ਸਾਧੂਆਂ ਦੇ ਵਿੱਚੋਂ ਮਹੰਤ ਬੁੱਧੂ ਤੇ ਸੁਖੋ ਇਹ 50 ਆਪਣੇ ਦੀਵਾਨੇ ਇਕੱਠੇ ਕਰਕੇ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਪਾਸੋਂ ਬਦਲਾ ਲੈਣ ਦੀ ਨੀਅਤ ਦੇ ਨਾਲ ਬਾਜੇ ਕੇ ਨਗਰ ਆਏ। ਨਾਲ ਦੇ ਇਹਨਾਂ ਦੇ ਸਾਥੀ ਰਾਹ ਵਿੱਚੋਂ ਭੱਜ ਗਏ। ਦੋਵੇਂ ਸੁਖੂ ਤੇ ਬੁੱਧੂ ਮਹੰਤ ਮਹਾਰਾਜ ਸਾਹਿਬ ਦੇ ਕੋਲ ਕਹਿੰਦੇ ਚਲੋ ਦਰਸ਼ਨ ਹੀ ਕਰ ਚਲੀਏ ਵੀ ਬਦਲਾ ਤੇ ਰਹਿਣਾ ਕਿਤੇ ਰਿਹਾ। ਗੁਰਾਂ ਕੋਲ ਆਏ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਸਾਜ ਲੈ ਕੇ ਆਏ ਸੀ ਵੀ ਉਹ ਕਿੱਥੇ ਆ, ਜਾ ਲੈ ਕੇ ਆਓ। ਜਾਣੀ ਜਾਣ ਸਤਿਗੁਰੂ ਨੂੰ ਜਾਣ ਕੇ ਆਪਣੀ ਢੜ ਤੇ ਸਰੰਗੀ ਲੈ ਕੇ ਆਏ। ਮਹਾਰਾਜ ਕਹਿੰਦੇ ਕੁਝ ਗਾ ਕੇ ਸੁਣਾਓ। ਇਹਨਾਂ ਗਾਇਆ ਕੱਚਾ ਕੋਠਾ ਵਿੱਚ ਵਸਦਾ ਜਾਨੀ ਸਦਾ ਨਾ ਵਾਪੇ ਨਿਤ ਨਹੀਂ ਜਵਾਨੀ ਚੱਲਣਾ ਆਗੇ ਹੋਏ ਗੁਮਾਨੀ ਚੱਲਣਾ ਅੱਗੇ ਕਿਉਂ ਭਇਓ ਗੁਮਾਨੀ ਹੋ ਸਿਆਣਾ ਨਹੀਂ ਪਗੂ ਸਦਾ ਨੇ। ਇਦਾਂ ਨੇ ਵੀ ਜਿਹਦੇ ਵਿੱਚ ਵੀ ਸਦਾ ਸੰਸਾਰ 'ਚ ਬੈਠੇ ਨਹੀਂ ਰਹਿਣਾ। ਇਹ ਸਰੀਰ ਕੋਠਾ ਕੱਚਾ ਹੈ ਜਿਹਦੇ ਵਿੱਚ ਜੀਵਾਤਮਾ ਵਸਦਾ ਹੈ।
ਇੱਕ ਰਾਂ ਸੁਣਾਇਆ ਤਾਂ ਕਲਗੀਧਰ ਸਾਹਿਬ ਕਹਿੰਦੇ ਦੀਵਾਨਿਓ ਇੱਕ ਰਾਂ ਹੋਰ ਬੋਲੋ। ਦੂਜੀ ਵਾਰ ਫੇਰ ਉੱਚੀ ਸੁਰ ਦੇ ਵਿੱਚ ਗਾ ਕੇ ਸੁਣਾਇਆ। ਸਾਹਿਬ ਕਹਿੰਦੇ ਇੱਕ ਵਾਰ ਹੋਰ ਸੁਣਾਓ। ਤਿੰਨ ਵਾਰ ਮਹਾਰਾਜ ਸਾਹਿਬ ਜੀ ਨੂੰ ਇਹਨਾਂ ਨੇ ਫਿਰ ਸੱਤ ਸੁਣਾਇਆ। ਕਲਗੀਧਰ ਮਹਾਰਾਜ ਨੇ ਇਹਨਾਂ ਦੇ ਖੁਸ਼ੀਆਂ ਕੀਤੀਆਂ, ਰਾਤ ਇੱਥੇ ਬਤੀਤ ਕੀਤੀ। ਅਗਲੀ ਸਵੇਰ ਹੋਈ ਤਾਂ ਮਹਾਰਾਜ ਇੱਥੋਂ ਚੱਲਣ ਲੱਗੇ। ਭਾਈ ਸੁਖੂ ਤੇ ਬੁੱਧੂ ਨੇ ਬੇਨਤੀ ਕੀਤੀ, ਮਹਾਰਾਜ ਜਿਵੇਂ ਮਾਛੀਵਾੜੇ ਤੋਂ ਉੱਚਦੇ ਪੀਰ ਬਣ ਕੇ ਤੁਸੀਂ ਆਏ ਸੀ ਨਾ, ਸਾਨੂੰ ਉਹ ਰੂਪ ਦੇ ਦਰਸ਼ਨ ਕਰਾਓ। ਇੱਕ ਤੇ ਦੂਸਰਾ ਸਾਨੂੰ ਆਪਣੇ ਪਲੰਗੇ ਦੀ ਸੇਵਾ ਬਖਸ਼ੋ। ਇਹਨਾਂ ਦੀ ਭਾਵਨਾ ਪੂਰੀ ਕਰਨ ਹੇਤ ਮਹਾਰਾਜ ਨੇ ਫਿਰ ਨੀਲੇ ਵਸਤਰ ਪਹਿਨੇ, ਪਲੰਗੇ ਦੇ ਬਿਰਾਜਮਾਨ ਹੋਏ। ਭਾਈ ਸੁਖੂ ਤੇ ਬੁੱਧੂ ਨੇ ਅੱਗੋਂ ਮਹਾਰਾਜ ਦਾ ਪਲੰਗਾ ਚੁੱਕਿਆ, ਦੋ ਸਿੰਘਾਂ ਨੇ ਪਿੱਛੋਂ ਪਲੰਗਾ ਚੁੱਕਿਆ। ਇੱਕ ਕੋਹ ਤੇ ਜਾ ਕੇ ਮਹਾਰਾਜ ਨੇ ਡੇਰਾ ਕੀਤਾ। ਇੱਥੇ ਇਹਨੂੰ ਮਸਤੀ ਚੜੀ ਤੇ ਸੁਖੂ ਡਿੱਗ ਪਿਆ, ਦਾ ਇਸ਼ਨਾਨ ਕਰਾਇਆ। ਕਹਿੰਦਾ ਮੇਰਾ ਵੈਰਾਗ ਦੂਰ ਹੋ ਗਿਆ। ਸਤਿਗੁਰਾਂ ਨੇ 4 ਨੁਕਰਾਂ ਵਾਲਾ ਇੱਕ ਚਾਂਦੀ ਦਾ ਰੁਪਈਆ ਦਿੱਤਾ। ਕਹਿੰਦੇ ਇਹਦੀ ਪੂਜਾ ਕਰਿਆ ਕਰ, ਵੈਰਾਗ ਦੁੱਗਣਾ ਹੋ ਜਾਏਗਾ। ਇਹ ਖੇੜੀ ਸੀ ਮਹਾਰਾਜ ਸਾਹਿਬ ਦੀ। ਇਹ ਵੀ ਗਰੀਬ ਨਵਾਜ ਗੁਰੂ ਕਲਗੀਧਰ ਸਾਹਿਬ ਜੀ ਨੇ ਇਹਨਾਂ ਦੀਵਾਨੇ ਸਾਧੂਆਂ ਨੂੰ ਨਿਹਾਲ ਕੀਤਾ। ਇੱਥੋਂ ਹੁਣ ਕਲਗੀਧਰ ਮਹਾਰਾਜ ਜੀ ਜਿਵੇਂ ਅੱਗੇ ਚੱਲਦੇ ਹੋਏ ਸੁਨਿਆਰ ਆਦਿਕ ਨਗਰਾਂ ਤੋਂ ਜੱਸੀ ਪਿੰਡ ਦੇ ਵਿੱਚ ਪਹੁੰਚੇ ਨੇ। ਇੱਥੋਂ ਜਿਵੇਂ ਮਹਾਰਾਜ ਸਾਹਿਬ ਤਲਵੰਡੀ ਦੇ ਨੇੜੇ ਪਹੁੰਚਣਗੇ, ਡੱਲੇ ਨਾਲ ਮਿਲਾਪ ਹੋਵੇਗਾ। ਇਹ ਕਥਾ ਅੱਜ ਆਪਾਂ ਸਰਵਣ ਕਰਾਂਗੇ। ਆਓ ਚਿੱਟੀਆਂ ਬਾਜਾਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਪਾਵਨ ਚਰਨ ਕਮਲਾਂ ਦਾ ਧਰੀਏ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਸੰਗਤ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਡੇਰਾ ਜੱਸੀ ਗ੍ਰਾਮ ਪਾ। ਇਸ ਤਰ੍ਹਾਂ ਕਲਗੀਧਰ ਮਹਾਰਾਜ ਸਾਹਿਬ ਜੀ ਪਿੱਛੋਂ ਚੱਲੇ, ਬੱਜ ਕੇ ਆਦਿਕ ਸੁਨਿਆਰ ਨਗਰਾਂ ਤੋਂ ਹੁੰਦਿਆਂ ਹੋਇਆਂ ਜੱਸੀ ਪਿੰਡ ਦਾ ਨਾਮ ਹੈ। ਇੱਕ ਡੇਰਾ ਮਹਾਰਾਜ ਸਾਹਿਬ ਨੇ ਇੱਥੇ ਹੀ ਆ ਕੇ ਕੀਤਾ ਸੀ। ਜਦੋਂ ਇੱਥੋਂ ਨਿਹਾਲ ਕਰਕੇ ਤੇ ਇਹ ਸੁਖੂ ਨੂੰ ਤੇ ਬੁੱਧੂ ਨੂੰ ਆਪਣੇ ਵਾਪਸ ਡੇਰੇ ਭੇਜਿਆ। ਜੱਸੀ ਪਿੰਡ ਦੇ ਵਿੱਚ ਕਲਗੀਧਰ ਮਹਾਰਾਜ ਨੇ ਆਪਣਾ ਉਤਾਰਾ ਕੀਤਾ ਏ। ਤੈਂ ਇੱਕ ਤਾਲ ਵਿਸਾਲ। ਜਿੱਥੇ ਮਹਾਰਾਜ ਨੇ ਡੇਰਾ ਕੀਤਾ ਹੈ ਉੱਥੇ ਨਗਰ ਦੇ ਬਾਹਰ ਇੱਕ ਬਹੁਤ ਵੱਡਾ ਸਰੋਵਰ ਸੀ, ਇੱਕ ਤਾਲ ਸੀ। ਸ਼ਸਤਰ ਬਸਤਰ ਕੇ ਸਹਿਤ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਇੱਥੇ ਕੌਤਕ ਕੀਤਾ, ਕਿਉਂਕਿ ਨੀਲੇ ਵਸਤਰ ਪਹਿਨੇ ਸਨ। ਪਿੱਛੋਂ ਪਲੰਗੇ ਤੇ ਆਏ, ਫਿਰ ਮਹਾਰਾਜ ਘੋੜੇ ਤੇ ਸਵਾਰ ਹੋ ਗਏ ਤੇ ਘੋੜੇ ਤੇ ਮਹਾਰਾਜ ਸ਼ਸਤਰ ਬਸਤਰ ਸਜਾ ਕੇ ਜਦੋਂ ਸਵਾਰ ਹੋਏ। ਗੁਰ ਭੇ ਪ੍ਰਵੇਸ਼ ਤਿਸ ਕਾਲ। ਮਹਾਰਾਜ ਸਾਹਿਬ ਜੀ ਆਪਣੇ ਘੋੜੇ ਦੇ ਸਮੇਤ ਸ਼ਸਤਰ ਬਸਤਰ ਧਾਰਨ ਕੀਤੇ, ਉਹ ਸਰੋਵਰ ਦੇ ਵਿੱਚ ਪ੍ਰਵੇਸ਼ ਕਰ ਗਏ। ਚਾਉ ਭਈ ਤਟ ਉਰਾਰ ਤੇ ਭਏ ਪ੍ਰਵੇਸ਼ੋ। ਕਹਿੰਦੇ ਵੀ ਸਰੋਵਰ ਦੇ ਉਰਲੇ ਕਿਨਾਰੇ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਚੜੇ ਚੜਾਏ, ਸ਼ਸਤਰ ਸਜਾਏ ਹੋਏ, ਨੀਲਾ ਬਾਣਾ ਪਹਿਨਿਆ ਤੇ ਘੋੜੇ ਦੇ ਚੜੇ ਚੜਾਏ। ਮਹਾਰਾਜ ਸਾਹਿਬ ਜੀ ਉਸ ਤਾਲ ਦੇ ਉਰਲੇ ਪਾਸੇ ਜਦੋਂ ਪ੍ਰਵੇਸ਼ ਕੀਤਾ, ਉਲੰਗੇ ਤਤਸ਼ਿਨ ਤਾਲ ਅਸ਼ੇਸ਼ੋ। ਬੜੀ ਛੇਤੀ ਦੇ ਨਾਲ ਹੀ ਉਹ ਤਾਲ, ਉਹ ਸਰੋਵਰ ਮਹਾਰਾਜ ਸਾਹਿਬ ਜੀ ਪਾਰ ਕਰ ਗਏ। ਉਰਲੇ ਪਾਸੇ ਘੋੜੇ ਤੇ ਚੜ ਕੇ ਲੰਘੇ ਤੇ ਪਰਲੇ ਪਾਸੇ ਜਾ ਨਿਕਲੇ। ਰੰਗਦਾਰ ਪੋਸ਼ਿਸ਼ ਸਰਬੰਗ। ਉਸ ਵੇਲੇ ਇੱਕ ਹੋਰ ਕੌਤਕ ਇਹ ਹੋਇਆ ਵੀ ਜਦੋਂ ਮਹਾਰਾਜ ਜੀ ਜੱਸੀ ਪਿੰਡ ਇਹ ਸਰੋਵਰ ਦੇ ਉਰਲੇ ਪਾਸਿਓਂ ਪਰਲੇ ਪਾਸੇ ਪਾਰ ਹੋਏ, ਜਦੋਂ ਪ੍ਰਵੇਸ਼ ਕੀਤਾ ਉਹ ਮਹਾਰਾਜ ਦੇ ਕੱਪੜੇ ਨੀਲੇ ਸਨ। ਜਦੋਂ ਸਰੋਵਰ ਚੋਂ ਪਾਰ ਹੋ ਕੇ ਦੂਜੇ ਪਾਸੇ ਗਏ ਤੇ ਉਦੋਂ ਮਹਾਰਾਜ ਸਾਹਿਬ ਦੇ ਸਾਰੇ ਜਿਹੜੇ ਕੱਪੜੇ ਨੇ ਉਹਨਾਂ ਦਾ ਰੰਗ ਬਦਲ ਗਿਆ। ਘੋੜੇ ਦੇ ਸਮੇਤ ਪੋਸ਼ਾਕ ਉਜਲ ਹੋ ਗਈ, ਚਿੱਟੇ ਰੰਗ ਦੀ ਹੋ ਗਈ। ਮੁਸ਼ਕੀ ਚੰਚਲ ਤਰੇ ਤੁਰੰਗ। ਮਹਾਰਾਜ ਦੀ ਪੋਸ਼ਾਕ ਵੀ ਰੰਗਦਾਰ ਸੀ, ਭਾਵ ਨੀਲਾ ਚੋਲਾ ਪਾਇਆ ਸੀ ਸਾਰੇ ਅੰਗਾਂ ਤੇ ਘੋੜਾ ਵੀ ਮਹਾਰਾਜ ਦਾ ਮੁਸ਼ਕੀ ਰੰਗ ਦਾ ਸੀ। ਮੁਸ਼ਕੀ ਇਹ ਕਾਲਾ ਜਿਹਾ ਭੂਰਾ ਜਿਹਾ ਚਕਾਰ ਜਿਹਦਾ ਰੰਗ, ਇਹਨੂੰ ਮੁਸ਼ਕੀ ਕਹਿ ਦਿੰਦੇ ਆ, ਨੀਲਾ ਵੀ ਕਹਿ ਦਿੰਦੇ ਆ।
ਵੀ ਨੀਲਾ ਘੋੜਾ ਤੇ ਨੀਲੇ ਮਹਾਰਾਜ ਸਾਹਿਬ ਜੀ ਦੇ ਵਸਤਰ ਸਨ ਜਦੋਂ ਸਰੋਵਰ ਵਿੱਚ ਪ੍ਰਵੇਸ਼ ਕੀਤੇ। ਪਰਲੇ ਤੀਰ ਜਾਏ ਥਿਰ ਜਦੋਂ ਪਏ। ਮਹਾਰਾਜ ਉੱਲੇ ਕਿਨਾਰੇ ਤੋਂ ਘੋੜਾ ਵਿੱਚ ਪਾ ਕੇ ਵਾੜ ਕੇ ਤਾਲ ਦੇ ਵਿੱਚੋਂ ਵਿੱਚ ਦੀ ਪਰਲੇ ਕਿਨਾਰੇ ਬਾਹਰ ਜਾ ਕੇ ਖਲੋ ਗਏ। ਹੈ ਪੋਸ਼ਿਸ਼ ਉਜਲ ਹੋਇ ਗਏ। ਕੌਤਕ ਹੋਇਆ ਵੀ ਮਹਾਰਾਜ ਦੇ ਘੋੜੇ ਦਾ ਰੰਗ ਵੀ ਚਿੱਟਾ ਹੋ ਗਿਆ, ਬਿਲਕੁਲ ਐਨ ਬੱਗੇ ਰੰਗ ਦਾ ਜਿਵੇਂ ਘੋੜਾ ਹੁੰਦਾ। ਘੋੜਾ ਵੀ ਮਹਾਰਾਜ ਦਾ ਬੱਗਾ ਹੋ ਗਿਆ ਤੇ ਸਤਿਗੁਰੂ ਕਲਗੀਧਰ ਮਹਾਰਾਜ ਦੇ ਚੋਲੇ ਦਾ ਰੰਗ ਵੀ ਬੱਗਾ ਚਿੱਟਾ ਹੋ ਗਿਆ। ਲੋਕ ਹਜ਼ਾरों ਪਿਕ ਬਿਸਮਾਏ। ਹਜ਼ਾਰਾਂ ਦੀ ਗਿਣਤੀ ਜੋ ਨੇੜੇ ਤੇੜੇ ਦੇ ਲੋਕ ਜਿਹੜੇ ਇਕੱਠੇ ਹੋਏ ਸੀ, ਕਿਉਂਕਿ ਕੋਈ ਦਿਨ ਦਿਹਾੜ ਕੋਈ ਤੀਰਥ ਪੁਰਬ ਦਾ ਸਮਾਂ ਸੀ ਉਦਣ, ਉਹ ਸਾਰੇ ਵੇਖ ਕੇ ਬੜੇ ਹੈਰਾਨ ਹੋਏ ਵੀ ਇਹ ਕੀ ਕੌਤਕ ਹੋਇਆ ਵੀ ਨੀਲੇ ਵਸਤਰ ਮਹਾਰਾਜ ਦੇ ਸਨ ਤੇ ਜਦੋਂ ਸਰੋਵਰ ਚੋਂ ਬਾਹਰ ਆਏ ਨੇ ਤੇ ਸਾਹਿਬਾਂ ਦੇ ਕੱਪੜੇ ਤੇ ਸਤਿਗੁਰਾਂ ਦਾ ਘੋੜਾ ਚਿੱਟੇ ਰੰਗ ਦਾ ਹੋ ਗਿਆ ਏ। ਢਿਗ ਸਗਰੇ ਹੋਏ ਬਾਕੀ ਲਾਏ। ਸਾਰੇ ਮਹਾਰਾਜ ਦੇ ਕੋਲ ਆਏ ਤੇ ਆ ਕੇ ਕਲਗੀਧਰ ਸਾਹਿਬ ਜੀ ਨੂੰ ਕਹਿਣ ਲੱਗੇ, ਕੌਤਕ ਕਹਾਂ ਆਪ ਦਰਸਾਇਓ। ਕਹਿਣ ਲੱਗੇ ਮਹਾਰਾਜ ਗੁਰੂ ਗਰੀਬ ਨਵਾਜ ਇਹ ਤੁਸੀਂ ਕੀ ਕੌਤਕ ਵਰਤਾਇਆ ਹੈ, ਇਹ ਆਪ ਜੀ ਨੇ ਕੀ ਮਹਾਰਾਜ ਅਚਰਜ ਖੇਡ ਖੇਡੀ ਆ। ਵਸਤਰ ਤੋ ਰੰਗ ਸਫੇਦ ਬਨਾਇਓ। ਤੁਹਾਡੇ ਮਹਾਰਾਜ ਵਸਤਰ ਵੀ ਨੀਲੇ ਸਨ, ਘੋੜਾ ਵੀ ਤੁਹਾਡਾ ਮੁਸ਼ਕੀ ਜੇ ਰੰਗ ਦਾ ਸੀ, ਨੀਲਾ ਜਿਹਾ, ਕਾਲੀ ਤੇ ਪੂਰੀ ਭਾ ਮਾਰਦਾ ਵਿੱਚੋਂ, ਉਹ ਵੀ ਚਿੱਟਾ ਹੋ ਗਿਆ। ਇਸ ਸਰੋਵਰ 'ਚ ਇਸ਼ਨਾਨ ਕਰਨ ਕਰਕੇ ਤੇ ਤੁਹਾਡੇ ਮਹਾਰਾਜ ਵਸਤਰ ਵੀ ਚਿੱਟੇ ਹੋ ਗਏ ਹਨ। ਸਿਰ ਦਸਤਾਰ ਰਹੀ ਸੁਰਮਈ। ਆਏ ਮਹਾਰਾਜ ਤੁਹਾਡੇ ਸਿਰ ਤੇ ਦਸਤਾਰ ਜਿਹੜੀ ਇਹ ਨਹੀਂ ਪਾਣੀ ਦੇ ਵਿੱਚ ਡੁੱਬੀ, ਇਹ ਤੁਹਾਡੇ ਮਹਾਰਾਜ ਸਿਰ ਤੇ ਜਿਹੜੀ ਦਸਤਾਰ ਹੈ ਇਹ ਹੀ ਇੱਕ ਨੀਲੀ ਰਹਿ ਗਈ ਹੈ, ਬਾਕੀ ਤਾਂ ਸਾਰਾ ਕੁਝ ਮਹਾਰਾਜ ਸਾਹਿਬ ਜੀ ਚਿੱਟਾ ਹੋ ਗਿਆ। ਇਹ ਦਸਤਾਰਾ ਤੁਹਾਡਾ ਸੁਰਮਈ ਰਹਿ ਗਿਆ। ਸੁਰਮਈ ਸਾਧ ਸੰਗਤ ਦੋ ਹੀ ਰੰਗ ਨੇ ਜਿਹੜੇ ਨਿਸ਼ਾਨ ਸਾਹਿਬਾਂ ਦੇ ਚੜਾਏ ਜਾਂਦੇ। ਅਕਾਲ ਤਖਤ ਸਾਹਿਬ ਦੀ ਮਰਿਆਦਾ 'ਚ ਲਿਖਿਆ ਇੱਕ ਸੁਰਮਈ ਤੇ ਦੂਸਰਾ ਲਿਖਿਆ ਹੈ ਬਸੰਤੀ। ਇਹਨਾਂ ਦੋਵਾਂ ਰੰਗਾਂ ਤੋਂ ਬਗੈਰ ਜੇ ਕੋਈ ਪੋਸ਼ਾਕਾ ਚੜਾਉਂਦਾ ਹੈ ਤਾਂ ਮਰਿਆਦਾ ਦੀ ਵੀ ਉਲੰਘਣਾ ਹੈ। ਕਲਗੀਧਰ ਮਹਾਰਾਜ ਦਾ ਦਮਾਲਾ ਸੁਰਮਈ ਸੀ ਨੀਲਾ ਤੇ ਸਿੰਘ ਕਹਿਣ ਲੱਗੇ ਪਾਤਸ਼ਾਹ ਘੋੜਾ ਚਿੱਟਾ ਹੋ ਗਿਆ, ਤੁਹਾਡੇ ਵਸਤਰ ਚਿੱਟੇ ਹੋ ਗਏ, ਇੱਕ ਦਸਤਾਰ ਨੀਲੀ ਰਹਿ ਗਈ ਹੈ, ਬਾਕੀ ਸਾਰੇ ਹੀ ਮਹਾਰਾਜ ਚਿੱਟੇ ਰੱਖੇ ਆਪ ਜੀ ਨੇ। ਸੁਨ ਸ਼੍ਰੀ ਪ੍ਰਭ ਸਭ ਸਨ ਕਹਿ ਦਈ। ਗੁਰੂ ਕਲਗੀਧਰ ਮਹਾਰਾਜ ਨੇ ਉਹਨਾਂ ਕੋ ਸੁਣ ਕੇ ਸਾਰਿਆਂ ਨੂੰ ਉਸ ਵੇਲੇ ਕਿਹਾ, ਪੁਰਬੀ ਸਮਾਂ ਕੀਓ ਹਮ ਪਾਵਨ। ਮਹਾਰਾਜ ਕਹਿੰਦੇ ਵੀ ਇਹ ਪੁਰਬੀ ਸਮਾਂ ਹੀ ਹੁੰਦਾ ਹੈ, ਇਹ ਪੁਰਬ ਦਾ ਸਮਾਂ ਹੀ ਸਮਝ ਲਓ ਵੀ ਅਸੀਂ ਜਦੋਂ ਇਹਦੇ ਵਿੱਚ ਗਏ ਆ, ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਹ ਤੀਰਥ ਪਵਿੱਤਰ ਹੋ ਗਿਆ ਹੈ। ਕਿਸੇ ਤੀਰਥ ਦਾ ਜਦੋਂ ਮਹਾਤਮ ਪ੍ਰਗਟ ਕਰਨਾ ਹੋਵੇ ਤੇ ਉਸ ਸਮੇਂ ਇੱਕ ਖੇਡ ਹੁੰਦੀ ਹੈ। ਜਿਵੇਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਸਰੋਵਰ ਪ੍ਰਗਟ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ, ਤੇ ਉਹ ਇੱਕ ਦਿਨ ਸਾਹਿਬਾਂ ਦੇ ਕੌਤਕ ਕਰਨ ਕਰਕੇ ਪਿਗਲਾ ਰਾਜੀ ਹੋ ਗਿਆ, ਕਾਲੇ ਕਾਂ ਚਿੱਟੇ ਹੋ ਗਏ। ਕਈ ਕਹਿਣਗੇ ਵੀ ਹੁਣ ਕਿਉਂ ਨਹੀਂ ਹੁੰਦੇ। ਅਸਲ 'ਚ ਪੁਰਬ ਦਾ ਮਹਾਤਮ ਪ੍ਰਗਟ ਕਰਨ ਦੇ ਲਈ ਕੌਤਕ ਕੁਝ ਸਮੇਂ ਲਈ ਹੁੰਦਾ ਹੈ ਵੀ ਇਹ ਇਸ ਤੀਰਥ ਦੇ ਉੱਤੇ ਇਸ਼ਨਾਨ ਕਰੋ, ਵੀ ਇਹਦਾ ਮਹਾਤਮ ਬੜਾ। ਮਹਾਰਾਜ ਸਾਹਿਬ ਜੱਸੀ ਪਿੰਡ ਦੇ ਸਰੋਵਰ ਤੋਂ ਬਾਹਰ ਆ ਕੇ ਕਹਿੰਦੇ, ਸੰਗਤ ਜੀ ਇਹ ਪੁਰਬੀ ਸਮਾਂ ਸੀ ਜਦੋਂ ਅਸੀਂ ਘੋੜੇ ਸਮੇਤ ਪ੍ਰਵੇਸ਼ ਕੀਤੇ ਆ, ਇਹ ਮਹਾਤਮ ਹੀ ਪ੍ਰਗਟ ਕਰਨਾ ਸੀ ਇਸ ਥਾਂ ਦਾ। ਜਾਂ ਤੇ ਬਿਸਦ ਬਸਤਰ ਹੈ ਪਇਓ। ਇਹ ਸਮਾਂ ਹੀ ਹੁੰਦਾ ਹੈ ਵੀ ਜਦੋਂ ਅਸੀਂ ਪ੍ਰਵੇਸ਼ ਕੀਤਾ, ਇਹ ਕੋਈ ਸਮਾਂ ਐਸਾ ਸੀ ਜਿਸ ਕਰਕੇ ਸਾਡੇ ਵੀ ਤੇ ਘੋੜੇ ਦਾ ਵੀ ਰੰਗ ਚਿੱਟਾ ਹੋ ਗਿਆ, ਸਾਡੇ ਵਸਤਰਾਂ ਦਾ ਵੀ ਰੰਗ ਚਿੱਟਾ ਹੋ ਗਿਆ। ਪੁਰਬੀ ਤੇ ਫਲ ਪਾਵਨ ਕਇਓ। ਇਹ ਮਹਾਰਾਜ ਕਹਿੰਦੇ ਵੀ ਅਸੀਂ ਇਹ ਮਹਾਤਮ ਇਹ ਪੁਰਬ ਦੇ ਸਮੇਂ ਦਾ, ਇਹ ਤੀਰਥ ਦਾ, ਇਹ ਸਰੋਵਰ ਦਾ ਇਹ ਬਣਿਆ ਵੀ ਇਹਦੇ ਨਾਲ ਵੇਖੋ ਵੀ ਜਿਹੜੇ ਵਸਤਰ ਹਨ ਉਹ ਵੀ ਚਿੱਟੇ ਹੋ ਗਏ ਹਨ। ਜਿਵੇਂ ਬੱਗਾ ਸਰ ਤੀਰਥ ਕੋ ਨਾਮੋ। ਇੱਥੇ ਜਿਹੜਾ ਇਸ਼ਨਾਨ ਕਰੂਗਾ ਉਹਦਾ ਮਨ ਮਹਾਰਾਜ ਕਹਿੰਦੇ ਬਾਣੀ ਪੜ੍ਹਦੇ ਆ ਚਿੱਟਾ ਹੋ ਭਾਵ ਕਿ ਮਨ ਦੀ ਮੈਲ ਲੱਥ ਜਾਊਗੀ। ਤੇ ਨਾਲ ਹੀ ਸਾਹਿਬ ਕਹਿੰਦੇ ਅੱਜ ਤੋਂ ਇਹ ਤੀਰਥ ਦਾ ਨਾਮ ਹੈ ਬੱਗਾ ਸਰ। ਸਵੇਤ ਸਰ ਵੀ ਕਹਿ ਦਿੰਦੇ ਆ, ਬੱਗ ਸਰ ਵੀ ਜਾਂ ਬੱਗਾ ਸਰ ਵੀ ਕਹਿ ਦਿੰਦੇ। ਮਹਾਰਾਜ ਕਹਿੰਦੇ ਅੱਜ ਤੋਂ ਇਹਦਾ ਨਾਮ ਬੱਗਾ ਸਰ ਤੀਰਥ। ਪਾਵਨ ਅਧਿਕ ਸਪਰਸੇ ਰਾਮੋ। ਜਿਹੜਾ ਵੀ ਇੱਥੇ ਆ ਕੇ ਇਸ਼ਨਾਨ ਕਰੂਗਾ, ਹੁਣ ਸਾਡੇ ਇਸ਼ਨਾਨ ਕਰਨ ਕਰਕੇ ਬੜਾ ਪਵਿੱਤਰ ਤੀਰਥ ਬਣ ਗਿਆ ਹੈ।
ਜਿਹੜਾ ਸਾਡੇ ਮਗਰੋਂ ਇਹ ਸਮੇਂ ਆ ਕੇ ਇਸ਼ਨਾਨ ਪੁਰਬ ਤੇ ਕਰਿਆ ਕਰੂ ਉਹ ਵੀ ਪਾਵਨ ਪਵਿੱਤਰ ਹੋ ਜਾਇਆ ਕਰੇਗਾ। ਸੁਨ ਕੈ ਸਿੱਖ ਤਬ ਸਰਬ ਨਹਾਏ। ਮਹਾਰਾਜ ਸਾਹਿਬ ਜੀ ਦਾ ਵਚਨ ਸੁਣ ਕੇ ਤੇ ਹੋਰ ਵੀ ਜਿਹੜੇ ਸਿੰਘ ਸਨ ਉਹ ਵੀ ਨੀਲੇ ਵਸਤਰਾਂ ਵਾਲੇ, ਕਈ ਪੀਲੇ ਵਸਤਰਾਂ ਵਾਲੇ, ਉਹ ਕਹਿੰਦੇ ਆਪਾਂ ਵੀ ਵੇਖੀਓ ਸਰੋਵਰ ਦੇ ਵਿੱਚ ਉਹ ਵੀ ਇਸ਼ਨਾਨ ਕਰਨ ਲੱਗ ਪਏ ਵੀ ਸਾਡੇ ਜਿਹੜੇ ਕੱਪੜੇ ਹਨ ਵੀ ਇਹ ਕਿਉਂ ਨਹੀਂ ਚਿੱਟੇ ਹੋ ਸਕਦੇ। ਉਹਨਾਂ ਵੀ ਚੁੰਬੀ ਮਾਰੀ ਕੱਪੜਿਆਂ ਦੇ ਸਮੇਤ ਜਦੋਂ ਸਰੋਵਰ ਵਿੱਚ ਸ਼੍ਰੀ ਗੁਰ 300 ਬਾਹੁਰ ਜਨਾਏ। ਉਹ ਇਸ਼ਨਾਨ ਕਰਕੇ ਬਾਹਰ ਆਏ ਤੇ ਕਹਿਣ ਲੱਗੇ ਮਹਾਰਾਜ ਤੁਹਾਡੇ ਵਸਤਰ ਚਿੱਟੇ ਹੋ ਗਏ ਨੀਲੇ ਤੋਂ, ਸਾਡੇ ਉਦਾਂ ਹੀ ਨੇ ਨੀਲੇ ਪੀਲੇ, ਸਾਡੇ ਕਿਉਂ ਨਹੀਂ ਚਿੱਟੇ ਹੋਏ। ਤਾਂ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪੁਰਬੀ ਸਮਾਂ ਗਇਓ ਟਰ ਅਬੈ। ਅੱਛਾ ਕਹਿੰਦੇ ਭਾਈ ਉਹ ਗੁਰਸਿੱਖੋ ਪੁਰਬ ਦਾ ਸਮਾਂ ਸੀ ਜਦੋਂ ਅਸੀਂ ਵਿੱਚ ਪ੍ਰਵੇਸ਼ ਕੀਤਾ ਨਾ, ਘੋੜੇ ਤੇ ਚੜੇ ਚੜਾਇਆ, ਉਹ ਤਾਂ ਇਹ ਤੀਰਥ ਨੂੰ ਇਹ ਸਰੋਵਰ ਨੂੰ ਪ੍ਰਗਟ ਕਰਨਾ ਸੀ, ਇਸ ਕਰਕੇ ਕੌਤਕ ਹੋਇਆ ਵੀ ਸਾਡੇ ਕੱਪੜਿਆਂ ਦਾ ਰੰਗ ਬਦਲ ਗਿਆ ਤੇ ਤੁਹਾਡੇ ਕੱਪੜਿਆਂ ਦਾ ਰੰਗ ਨਹੀਂ ਬਦਲਿਆ। ਪਰ ਪਾਤਸ਼ਾਹ ਕਹਿੰਦੇ ਅਸਲ ਵਿੱਚ ਕੱਪੜਿਆਂ ਦਾ ਰੰਗ ਨਹੀਂ ਬਦਲਿਆ ਕਰੂਗਾ। ਜਿਹੜਾ ਇੱਥੇ ਬਾਣੀ ਪੜ੍ਹਦੇ ਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਸਿਮਰਨ ਕਰੂਗਾ, ਮਨ ਤਨ ਭਏ ਰੋਗਾ, ਮਨ ਤਨ ਕਰਕੇ ਪਵਿੱਤਰ ਹੋ ਜਾਊਗਾ। ਉਹਦੇ ਕੱਪੜੇ ਤਾਂ ਇਹੀ ਰੰਗ ਦੇ ਰਹਿਣਗੇ ਜਿਹੜੇ ਪਾਏ ਆ, ਪਰ ਬਾਣੀ ਪੜ੍ਹਦੇ ਆ ਇਸ਼ਨਾਨ ਕਰਕੇ ਉਹਦਾ ਮਨ ਜ਼ਰੂਰ ਚਿੱਟਾ ਹੋ ਜਾਊਗਾ, ਪਾਵਨ ਪਵਿੱਤਰ ਹੋ ਜਾਵੇਗਾ। ਨਹੀਂ ਮਹਾਤਮ ਪ੍ਰਾਪਤ ਸਭ। ਕਿਉਂਕਿ ਇਹੋ ਜਿਹਾ ਮਹਾਤਮ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ। ਚੱਲ ਕਰ ਪੁਨ ਡੇਰੇ ਮਹਿ ਆਏ। ਮਹਾਰਾਜ ਨੇ ਜੱਸੀ ਪਿੰਡ ਦੇ ਵਿੱਚ ਇੱਕ ਕੌਤਕ ਕੀਤਾ। ਨੀਲੇ ਵਸਤਰ ਮਹਾਰਾਜ ਨੇ ਜਿਹੜੇ ਉੱਤੇ ਪੀਰ ਵਾਲੇ ਪਾਏ ਸੀ ਭਾਈ ਸੁਖੂ ਦੇ ਕਹਿਣ ਦੇ ਉਹ ਚਿੱਟੇ ਕੀਤੇ ਤੇ ਤੀਰਥ ਦਾ ਮਹਾਤਮ ਕਿਹਾ ਵੀ ਇੱਥੇ ਇਸ਼ਨਾਨ ਕਰਿਆ ਕਰੋ ਵੀ ਇਹ ਬੱਗਾਸਰ ਤੀਰਥ ਹੈ, ਇੱਥੇ ਬਾਣੀ ਪੜ੍ਹਦੇ ਆ ਤੁਹਾਡਾ ਦਿਲ ਵੀ ਬੱਗਾ ਚਿੱਟਾ ਹੋ ਜਾਵੇਗਾ। ਇਹ ਕੌਤਕ ਕਰਕੇ ਮਹਾਰਾਜ ਵਾਪਸ ਆਪਣੇ ਡੇਰੇ ਤੇ ਆ ਗਏ ਜਿੱਥੇ ਸਤਿਗੁਰਾਂ ਨੇ ਪੜਾ ਕੀਤਾ ਏ। ਖਰੇ ਹੋਏ ਕੈ ਸਬਨ ਸੁਨਾਏ। ਉੱਥੇ ਖਲੋ ਕੇ ਮਹਾਰਾਜ ਸਾਰਿਆਂ ਨੂੰ ਸੁਣਾਉਂਦਿਆਂ ਹੋਇਆ ਇੱਕ ਹੋਰ ਮੁਖੋਂ ਬਚਨ ਕਰਨ ਲੱਗ ਪਏ। ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਉਹ ਲਾਗੇ ਬੰਨੇ ਕਿਤੇ ਗੁੜ ਨਹੀਂ ਹੈ ਤੇ ਨਾ ਹੀ ਕੋਈ ਗੁੜ ਬਣਾਉਣ ਵਾਲਾ ਇਲਾਕਾ ਹੈ ਵੀ ਇੱਥੇ ਕੋਈ ਜੰਗਲ ਦੇਸ਼ ਵਿੱਚ ਕਿਤੇ ਗੁੜ ਬਣ ਸਕਦਾ ਸੀ ਉਦੋਂ। ਤੇ ਮਹਾਰਾਜ ਮੁਖੋਂ ਕਹਿਣ ਲੱਗੇ ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਮਹਾਰਾਜ ਨੇ ਕਿਹਾ ਜੱਸੀ ਪਿੰਡ ਦਾ ਨਾਮ ਹੈ, ਕਹਿੰਦੇ ਵੀ ਜੱਸੀ ਪਿੰਡ ਆਏ ਆ ਤੇ ਅਸੀਂ ਗੁੜ ਖਾ ਕੇ ਹੀ ਜਾਵਾਂਗੇ। ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਮੁਖੋਂ ਮਹਾਰਾਜ ਨੇ ਦੂਜੀ ਰਾਂ ਫੇਰ ਏਦਾਂ ਬੋਲਿਆ। ਦੋਏ ਤ੍ਰੈ ਬਾਰੀ ਕਹਿਓ ਸੁਨਾਏ। ਸਾਰੀ ਸਿੰਘਾਂ ਨੂੰ ਜਿੰਨੇ ਵੀ ਸਿੰਘ ਉੱਥੇ ਸਨ ਉਹਨਾਂ ਨੂੰ ਏਦਾਂ 2-3 ਵਾਰ ਮਹਾਰਾਜ ਨੇ ਸੁਣਾਇਆ ਵੀ ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਇਹ ਸਾਰੇ ਹੈਰਾਨ ਵੀ ਗੁਰੂ ਸਾਹਿਬ ਕੀ ਕਹਿ ਰਹੇ ਆ ਵੀ ਜੱਸੀ ਪਿੰਡ ਇੱਥੇ ਗੁੜ ਕਿੱਥੋਂ ਆਉਣਾ ਹੈ, ਵੀ ਜੰਗਲ ਹੈ ਇੱਥੇ ਫਸਲ ਤਾਂ ਕੋਈ ਹੁੰਦੀ ਨਹੀਂ ਹੈ ਤੇ ਗੁੜ ਕਿੱਥੋਂ ਬਣ ਜਾਣਾ ਏ। ਤੂਸ਼ਨ ਰਹੇ ਸਕਲ ਬਿਸਮਾਈ। ਸਾਰੇ ਹੈਰਾਨ ਹਨ, ਚੁੱਪ ਨੇ ਵੀ ਇਹ ਗੁਰੂ ਸਾਹਿਬ ਦੀਆਂ ਖੇਡਾਂ ਨੇ, ਵੀ ਗੁਰੂ ਹੀ ਜਾਣਦਾ ਹੈ ਵੀ ਸਤਿਗੁਰੂ ਸਾਹਿਬ ਦੇ ਕੌਤਕ ਸਾਡੀ ਸਮਝ ਤੋਂ ਪਰੇ ਹੈ। ਵੀ ਜੇ ਬੰਦਾ ਆਪਣੀ ਸਮਝ ਨਾਲ ਵਿਚਾਰੇ ਤਾਂ ਇੱਥੇ ਮਾਲ ਵਿੱਚ ਕਿੱਥੇ ਗੁੜ ਆ ਜੂ ਇਸ ਸਮੇਂ। ਬੀਤ ਗਈ ਜਬ ਘਟਕਾ ਚਾਰੀ। ਇਹਦਾ ਮਹਾਰਾਜ ਨੇ ਤੋਂ ਕਿਹਾ ਨਾ ਜੱਸੀ ਆਏ ਚਲੇ ਗੁੜ ਖਾਏ ਚਲੇ 3 ਵਾਰਾਂ ਕਿਹਾ ਤੇ ਉਸ ਤੋਂ ਬਾਅਦ ਕੁਝ ਕੁ ਸਮਾਂ ਹੋਰ ਘੜੀ ਕੁ ਦਾ ਜਦੋਂ ਬਤੀਤ ਹੋ ਗਿਆ, 4 ਘੜੀਆਂ ਲੰਘ ਗਈਆਂ। ਉਤਰ ਥਿਰੀ ਸੈਨਾ ਤਬਸਾਰੀ। ਪਿੱਛੋਂ ਜਿਹੜੀ ਮਹਾਰਾਜ ਦੀ ਫੌਜ ਸੀ ਸਹਿਜੇ ਸਹਿਜੇ ਆ ਕੇ ਸਾਰੀ ਜੱਸੀ ਨਗਰ ਵਿੱਚ ਉਤਾਰਾ ਕੀਤਾ। ਏਕ ਲੁਬਾਣਾ ਤਹਿ ਚੱਲੇ ਆਇਓ। ਇਹਨੇ ਨੂੰ ਮਹਾਰਾਜ ਦੀ ਫੌਜ ਉਤਰੀ ਜਦੋਂ ਤੇ ਇੱਕ ਲੁਬਾਣਾ ਸਿੱਖ ਉਹ ਵੀ ਚੱਲ ਕੇ ਮਹਾਰਾਜ ਦੇ ਡੇਰੇ ਦੇ ਕੋਲ ਪਹੁੰਚ ਗਿਆ ਜੱਸੀ ਪਿੰਡ। ਬੈਲਣ ਬ੍ਰਿੰਦ ਸੰਗ ਮੈਂ ਲਿਆਇਓ। ਇਹਦੇ ਨਾਲ ਬਹੁਤ ਸਾਰੇ ਬਲਦ ਤੇ ਗੱਡੇ ਸਨ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਇਹ ਵਣਜਾਰੇ ਲੁਬਾਣੇ ਇਹੀ ਸਾਧ ਸੰਗਤ ਟਰਾਂਸਪੋਰਟ ਇਹਨਾਂ ਦੀ ਹੋ ਜਾਂਦੀ ਸੀ। ਇੱਕ ਥਾਂ ਤੋਂ ਸੌਦਾ ਦੂਜੇ ਥਾਂ ਤੇ ਖੜਨ ਦੇ ਲਈ ਲਬਾਣੇ ਵਣਜਾਰੇ ਜਿਹੜੇ ਸਨ ਇਹੀ ਵਪਾਰ ਕਰਨ ਦੇ ਲਈ ਇਦਾਂ ਦਾ ਕੰਮ ਕਰ ਸਕਦੇ ਸਨ। ਹੋਰ ਕਿਸੇ ਨੂੰ ਇੱਕ ਤੋਂ ਦੂਜੇ ਥਾਂ ਜਾਣਾ ਔਖਾ ਸੀ। ਜਿਵੇਂ ਆਪਾਂ ਇਤਿਹਾਸ ਜਦੋਂ ਪੜ੍ਹਦੇ ਆਂ ਵੀ ਭਾਈ ਮੱਖਣ ਸ਼ਾਹ ਲਬਾਣਾ ਤੇ ਭਾਈ ਲਖੀ ਸਾਹਿਬ ਵਣਜਾਰੇ, ਉਹਨਾਂ ਦੇ ਕਿੰਨੇ ਗੱਡੇ ਸਨ ਜਿਨ੍ਹਾਂ ਗੱਡਿਆਂ ਦੇ ਵਿੱਚ ਜੇ ਲੈ ਕੇ ਮਹਾਰਾਜ ਦਾ ਸੀਸ ਧੜ ਲੈ ਕੇ ਤੇ ਸਤਿਗੁਰਾਂ ਦੇ ਧੜ ਦਾ ਸੰਸਕਾਰ ਕੀਤਾ ਸੀ। ਜਾਂ ਜਿਵੇਂ ਭਾਈ ਮੱਖਣ ਸ਼ਾਹ ਜੀ ਨੇ ਇੱਥੇ ਆ ਕੇ ਮਹਾਰਾਜ ਨੂੰ ਪ੍ਰਗਟ ਕੀਤਾ, ਉਦੋਂ ਵੀ ਬਹੁਤ ਕਾਫਲੇ ਦੇ ਸਮੇਤ ਆਏ ਸਨ।
ਸੋ ਕਹਿਣ ਤੋਂ ਭਾਵ ਵੀ ਬਣਜਾਰੇ ਲਬਾਣੇ ਸਿੱਖ ਇਹੀ ਟਰਾਂਸਪੋਰਟ ਦਾ ਕੰਮ ਕਰਦੇ ਸੀ, ਗੱਡਿਆਂ ਤੇ ਸਮਾਨ ਲੱਦ ਕੇ ਇੱਕ ਥਾਂ ਤੋਂ ਦੂਜੇ ਥਾਂ ਖੜ ਕੇ ਵੇਚਣਾ। ਇਹਨੇ ਨੂੰ ਇੱਕ ਲਬਾਣਾ ਸਿੱਖ ਜਿਹਦੇ ਨਾਲ ਬਹੁਤ ਸਾਰੇ ਬਲਦ ਤੇ ਬਲਦ ਗੱਡਿਆਂ ਦੇ ਨਾਲ ਜੋਏ ਹੋਏ ਨੇ ਹੱਕ ਕੇ ਉਧਰ ਨੂੰ ਲੈ ਆਏ। ਕਰਤ ਫਿਰਤ ਗੁੜ ਕੋ ਵਾਪਾਰ, ਗੱਡਿਆਂ ਦੇ ਉੱਤੇ ਬਹੁਤਾ ਗੁੜ ਲੱਦ ਕੇ ਤੇ ਗੁੜ ਦਾ ਵਪਾਰ ਕਰਦਾ ਫਿਰਦਾ ਸੀ ਜੰਗਲ ਦੇ ਇਲਾਕੇ ਦੇ ਵਿੱਚ। ਵੀ ਇੱਧਰ ਗੁੜ ਹੁੰਦਾ ਨਹੀਂ, ਕਿਤੇ ਕਿਤੇ ਗੰਨਾ ਹੋਵੇਗਾ ਤਾਂ ਹੀ ਗੁੜ ਨਿਕਲੇਗਾ ਨਾ, ਇਸ ਕਰਕੇ ਵੀ ਜੰਗਲ ਦੇ ਵਿੱਚ ਮੈਂ ਗੁੜ ਵੇਚ ਕੇ ਜਾਵਾਂ। ਉਤਰੇ ਗੁਰੂ ਸੁਨਤ ਮੁਦ ਧਾਰਾ, ਇਹ ਲਬਾਣੇ ਸਿੰਘ ਨੂੰ ਪਤਾ ਲੱਗਾ ਵੀ ਇੱਥੇ ਜੰਗਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਤਰੇ ਹਨ। ਜਦੋਂ ਇਹ ਖਬਰ ਮਿਲੀ ਤੇ ਬੜਾ ਹੀ ਖੁਸ਼ ਹੋਇਆ, ਕਹਿੰਦਾ ਇਹ ਤਾਂ ਜੰਗਲ 'ਚ ਹੀ ਮੰਗਣ ਲੱਗ ਗਏ ਵੀ ਬੀਆਬਾਨ ਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਪਤਾ ਲੱਗ ਗਿਆ। ਪੱਕਾ 30 ਮਣਾ ਗੁੜ ਲਿਆਏ, ਉਸੇ ਵੇਲੇ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ, ਸਤਿਗੁਰੂ ਨੂੰ ਭੇਟਾ ਕਰਨ ਦੇ ਲਈ 30 ਮਣ ਪੱਕਾ ਗੁੜ ਲੈ ਕੇ ਆਇਆ। ਮਣ ਪਿਛਲੇ ਸਮਿਆਂ ਦੇ ਵਿੱਚ 40 ਸੇਰ ਵਜਨ ਹੋਵੇ ਤੇ ਉਹਨੂੰ 1 ਮਣ ਪੱਕਾ ਕਹਿੰਦੇ ਸਨ। 14 ਜਾਂ 15 ਸੇਰ ਹੋਵੇ ਉਹਨੂੰ ਕੱਚਾ ਮਣ ਕਹਿੰਦੇ ਸਨ, 1 ਮਣ ਕੱਚਾ। ਜਿਵੇਂ ਉਹ ਹੁਣ ਕਿਲੋਆਂ 'ਚ ਬਦਲ ਗਿਆ, ਹੁਣ 40 ਕਿਲੋ ਕੋਈ ਸ਼ੈ ਹੋਵੇ ਵਜਨ ਦੇ ਵਿੱਚ ਤੇ ਹਾਲਾਂ ਵੀ ਪੁਰਾਣੇ ਲੋਕ ਕਹਿ ਦਿੰਦੇ ਆ ਵੀ 1 ਮਣ ਪੱਕਾ, ਤੇ 14-15 ਕਿਲੋ ਕੋਈ ਵਜਨ ਹੋਵੇ ਉਹਨੂੰ ਕਹਿ ਦਿੰਦੇ ਵੀ 1 ਮਣ ਕੱਚਾ। ਇਦਾਂ ਇੱਕ ਵਜਨ ਦਾ ਢੰਗ ਤਰੀਕਾ। ਇਹ 30 ਮਣ ਪੱਕਾ ਮਹਾਰਾਜ ਸਾਹਿਬ ਜੀ ਨੂੰ ਭੇਟਾ ਕਰਨ ਦੇ ਲਈ ਗੁੜ ਲੈ ਕੇ ਆਇਆ ਵੀ ਚਲੋ ਕਲਗੀਧਰ ਮਹਾਰਾਜ ਸਾਹਿਬ ਦੇ ਦਰਸ਼ਨ ਕਰੀਏ ਤੇ ਨਾਲੇ ਮਹਾਰਾਜ ਨੂੰ ਗੁੜ ਭੇਟਾ ਕਰੀਏ। ਸ਼੍ਰੀ ਗੁਰੇ ਆਗੇ ਭੇਟ ਚੜਾਏ, ਕਲਗੀਧਰ ਸਾਹਿਬ ਦੇ ਕੋਲ ਆਇਆ, ਮਹਾਰਾਜ ਦੇ ਦਰਸ਼ਨ ਕੀਤੇ ਤੇ 30 ਮਣ ਪੱਕੇ ਗੁੜ ਦੀ ਭੇਟਾ ਰੱਖ ਕੇ ਮਹਾਰਾਜ ਨੂੰ ਚੜਾ ਦਿੱਤੇ। ਕਰ ਬੰਧਨ ਕੋ ਦਰਸ਼ਨ ਪਾਇਓ, ਮਹਾਰਾਜ ਨੂੰ ਬੰਦਨਾ ਕੀਤੀ, ਸਤਿਗੁਰਾਂ ਦੇ ਰੱਜ ਕੇ ਦਰਸ਼ਨ ਕੀਤੇ, ਨਿਹਾਲ ਹੋ ਗਿਆ ਸਿੱਖ। ਹਿਰਦੇ ਆਨੰਦ ਜਨਮ ਸਫਲ ਆਇਓ, ਲਬਾਣਾ ਸਿੰਘ ਬੜਾ ਖੁਸ਼ ਹੈ ਵੀ ਮੇਰਾ ਮਹਾਰਾਜ ਦੇ ਦਰਸ਼ਨ ਕਰਕੇ ਜਨਮ ਸਫਲ ਹੋ ਗਿਆ ਏ। ਖੁਸ਼ੀ ਕਰੀ ਗੁਰੂ ਪੂਰੀ ਆਸਾ, ਮਹਾਰਾਜ ਕਲਗੀਧਰ ਸਾਹਿਬ ਨੇ ਵੀ ਖੁਸ਼ੀਆਂ ਕੀਤੀਆਂ, ਭਾਈ ਜੋ ਤੇਰੀ ਭਾਵਨਾ ਹੈ ਗੁਰੂ ਨਾਨਕ ਸਾਹਿਬ ਪੂਰੀ ਕਰਨ। ਬਹੁਤੀਆਂ ਖੁਸ਼ੀਆਂ ਕੀਤੀਆਂ, ਇਹ ਵਣਜਾਰੇ ਸਿੱਖ ਦੀ ਆਸਾ ਪੂਰੀ ਕਰ ਦਿੱਤੇ। ਅੰਤ ਸਮੈ ਕੋ ਦੇ ਪਰਵਾਸਾ, ਅਖੀਰਲੇ ਸਮੇਂ ਜਦੋਂ ਕੋਈ ਨੇੜੇ ਨਹੀਂ ਖੜਦਾ, ਕੋਈ ਸਹਾਈ ਨਹੀਂ ਹੁੰਦਾ, ਮਹਾਰਾਜ ਨੇ ਆਖਰੀ ਸਮੇਂ ਦਾ ਵੀ ਪ੍ਰਵਾਸਾ ਦਿੱਤਾ। ਸਿੱਖਾ ਜਿੱਥੇ ਕੋਈ ਨਹੀਂ ਬੋੜਦਾ, ਅਸੀਂ ਅੰਤ ਸਮੇਂ ਤੇਰੀ ਬਾਹ ਫੜਾਂਗੇ, ਤੈਨੂੰ ਨਰਕਾਂ 'ਚ ਨਹੀਂ ਜਾਣ ਦਵਾਂਗੇ। ਨਿਕਟ ਗੁਰੂ ਕੇ ਕੀਨ ਸਡੇਰਾ, ਇਸ ਤਰ੍ਹਾਂ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਗੁਰਾਂ ਦੇ ਕੋਲ ਹੀ ਡੇਰਾ ਕੀਤਾ ਰਾਤ ਰਹਿਣ ਵਾਸਤੇ ਵਣਜਾਰੇ ਨੇ, ਲਬਾਣੇ ਸਿੱਖ ਨੇ। ਏਕ ਇਨਸਾ ਕੋ ਕੀਨ ਬਸੇਰਾ, ਰਾਤ ਮਹਾਰਾਜ ਸਾਹਿਬ ਦੇ ਕੋਲ ਰਹਿ ਕਰਕੇ ਤਿਸ ਦਿਨ ਰਸਤ ਨਹੀਂ ਵਰਤਾਈ। ਇੱਕ ਦਿਨ ਮਹਾਰਾਜ ਕੋ ਰਾਤ ਸਤਿਗੁਰਾਂ ਕੋਲ ਕੱਢੀ ਹੈ ਲਬਾਣੇ ਵਣਜਾਰੇ ਸਿੱਖ ਨੇ, ਤੇ 30 ਮਣ ਪੱਕਾ ਗੁੜ ਲੈ ਆਇਆ। ਜਿੱਦਣ ਇਹ ਗੁੜ ਲੈ ਕੇ ਆਇਆ ਤੇ ਕਹਿੰਦੇ ਉਧਰ ਲੰਗਰ ਨਹੀਂ ਬਣਿਆ। ਮਹਾਰਾਜ ਸਾਹਿਬ ਦੇ ਖਜ਼ਾਨੇ ਚੋਂ ਲੰਗਰ ਦੀ ਰਸਤੀ ਨਹੀਂ ਵੰਡੀ ਗਈ ਕਿਸੇ ਨੂੰ। ਜਿਤਕ ਅਚੈ ਗੁੜ ਦੀਏ ਸਭ ਤਾਈ, ਜਿਹੜਾ ਵੀ ਕੋਈ ਸ਼ਗਨ ਛਕਾਉਣ ਲਈ ਸਿੰਘ ਆਉਂਦਾ ਹੈ ਤੇ ਉਹਨੂੰ ਜਿੰਨਾ ਕੋਈ ਖਾ ਸਕਦਾ ਰੱਜ ਕੇ ਉਹਨੂੰ ਖਾਣ ਲਈ ਗੁੜ ਦੇ ਦਿੱਤਾ। ਤੇ ਪੁਰਾਣੇ ਜਿਹੜੇ ਸਰੀਰ ਸਨ, ਪੁਰਾਣੇ ਸਿੰਘ ਉਹ ਹੀ ਕਾਇਮ ਹੁੰਦੇ ਸੀ, 1-1, 2-2, 3-3 ਸ਼ੇਰ ਉਹ ਗੁੜ ਖਾ ਕੇ ਦੁੱਧ ਦੇ ਨਾਲ ਉਹੀ ਰੱਜ ਗਏ। ਨਹੀਂ ਦੇਗ ਪੀ ਤਿਸ ਦਿਨ ਹੋਈ, ਰਾਤ ਆ ਜਿਹੜੀ ਰਸਤ ਕੱਲੀ ਕੋਈ ਸਿੰਘਾਂ ਨੂੰ ਮਿਲਦੀ ਵੀ ਕੋਈ ਥੋੜਾ ਬਹੁਤ ਬਣਾਉਣਾ ਜਾਂ ਕੋਈ ਰਗੜਾ ਲਾਉਣਾ ਸ਼ਰਦਾਈਆਂ ਦਾ, ਉਹ ਵੀ ਨਹੀਂ ਵੰਡੀ ਉਦਣ। ਤੇ ਜਿਹੜਾ ਇੱਕ ਥਾਂ ਦੇ ਸਾਰਿਆਂ ਲਈ ਸਾਂਝਾ ਜਾਂ ਲੰਗਰ ਹੁੰਦਾ ਉਹ ਵੀ ਨਾ ਤਿਆਰ ਕੀਤਾ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਆ ਜਿਹੜਾ ਗੁੜ ਆਇਆ ਵੀ ਸਾਰੀ ਫੌਜ ਨੂੰ ਅੱਜ ਗੋੜੀ ਛਕਾਓ, ਦੁੱਧ ਦੇ ਨਾਲ ਛਕੋ ਨਾ ਕੋ ਰੱਜ ਰੱਜ ਕੇ। ਗੁੜ ਕੋ ਖਾਏ ਰਹੇ ਸਭ ਕੋਈ, ਬਸ ਫੇਰ ਕੀ ਜਿਹੜਾ ਵੀ ਆਉਂਦਾ ਹੈ ਉਹਨੂੰ ਗੁੜ ਵਰਤਾਉਂਦੇ ਆ, ਤੇ ਜਿੰਨੀ ਕਿਸੇ ਦੀ ਸਮਰੱਥਾ ਹੈ ਕੋਈ 1, 2, 3 ਸ਼ੇਰ ਗੁੜ ਰੱਜ ਰੱਜ ਕੇ ਖਾ ਗਏ। ਸਕਲ ਤੋਂ ਰੰਗਣ ਦਈ ਨਿਹਾਰੀ, ਘੋੜਿਆਂ ਨੂੰ ਵੀ ਜਿਹੜੀਆਂ ਨਿਹਾਰੀਆਂ ਉਹ ਕੜਾਹ ਪ੍ਰਸ਼ਾਦ ਦੀਆਂ ਨਹੀਂ ਬਣਾ ਕੇ ਦਿੱਤੀਆਂ, ਗੋੜੀ ਘੋੜਿਆਂ ਨੂੰ ਵੀ ਖਵਾਇਆ ਵੀ ਘੋੜਿਆਂ ਨੂੰ ਵੀ ਮਹਾਰਾਜ ਕਹਿੰਦੇ ਗੋੜੀ ਛਕਾਓ ਤੇ ਸਿੰਘਾਂ ਨੂੰ ਵੀ ਅੱਜ ਗੋੜੀ ਛਕਾਓ। ਦੇਗ ਘਰੀ ਅਗਲੇ ਦਿਨ ਭਾਰੀ, ਇਸ ਤਰ੍ਹਾਂ ਅਗਲੇ ਦਿਨ ਕਹਿੰਦੇ
ਲੰਗਰ ਤਿਆਰ ਹੋਇਆ। ਜਿੱਦਣ ਇਹ ਜੱਸੀ ਨਗਰ ਉਤਾਰਾ ਕੀਤਾ ਉਦਣ ਮਹਾਰਾਜ ਨੇ ਇੱਥੇ ਲੰਗਰ ਨਹੀਂ ਬਣਾਇਆ। ਇੱਥੇ ਗੁੜ ਦੇ ਨਾਲ ਹੀ ਸਾਰੇ ਸਿੰਘ ਰਜਾਏ। ਜਦੋਂ ਲਬਾਣੇ ਸਿੱਖ ਨੇ 30 ਮਣ ਪੱਕਾ ਗੁੜ ਹਾਜ਼ਰ ਕੀਤਾ। ਬਾਹੁਰ ਗ੍ਰਾਮ ਕੇ ਨਰਗਨ ਆਏ। ਅਗਲੇ ਦਿਨ ਫਿਰ ਹੋਰ ਨਗਰ ਦੇ ਵੀ ਮਾਈ ਭਾਈ ਨੇੜੇ ਨੇੜੇ ਸਭ ਨੂੰ ਪਤਾ ਲੱਗ ਗਿਆ ਵੀ ਸਤਿਗੁਰੂ ਉਤਰੇ ਨੇ ਤੇ ਮਹਾਰਾਜ ਦੇ ਦਰਸ਼ਨ ਕਰਨ ਲਈ ਆ ਗਏ। ਜਥਾ ਸ਼ਕਤ ਭੇਟਣ ਕੋ ਲਿਆਏ। ਜਿਹੜਾ ਕਿਸੇ ਦਾ ਬਲ ਪੈਂਦਾ ਸੀ ਸਾਰੇ ਹੀ ਮਹਾਰਾਜ ਦੇ ਅੱਗੇ ਭੇਟਾ ਰੱਖਣ ਦੀ ਲੈ ਕੇ ਆਏ। ਕੇਤਕ ਦਿਨ ਮੁਕਾਮ ਕਰ ਥਿਰੇ। ਕੁਝ ਕੁ ਦਿਨ ਮਹਾਰਾਜ ਨੇ ਜੱਸੀ ਪਿੰਡ ਦੇ ਵਿੱਚ ਹੀ ਡੇਰਾ ਕੀਤਾ ਤੇ ਇੱਥੇ ਹੀ ਸੰਗਤਾਂ ਨੂੰ ਤਾਰਦੇ ਰਹੇ। ਬਾਹੁਰ ਕੂਚ ਤੈ ਤੇ ਪ੍ਰਭ ਕਰੇ। ਫਿਰ ਮਹਾਰਾਜ ਸਾਹਿਬ ਨੇ ਇੱਥੋਂ ਕੂਚ ਕੀਤਾ ਹੈ ਤੇ ਹੁਣ ਦਮਦਮਾ ਸਾਹਿਬ ਜਿੱਥੇ ਹੁਣ ਤਲਵੰਡੀ ਸਾਬੋ ਉੱਥੇ ਜਾਣਾ ਚਾਹੁੰਦੇ ਨੇ। ਪੱਕੇ ਗ੍ਰਾਮ ਕੀਓ ਪੁਨ ਡੇਰਾ। ਇੱਥੋਂ ਚੱਲ ਕੇ ਤੇ ਪੱਕਾ ਪਿੰਡ ਦਾ ਨਾਮ ਹੈ। ਪੱਕੇ ਪਿੰਡ ਦੇ ਵਿੱਚ ਜਾ ਕੇ ਫਿਰ ਜੱਸੀ ਤੋਂ ਡੇਰਾ ਕੀਤਾ। ਏਕ ਨਿਸਾਤ ਬਸੇ ਬਸੇਰਾ। ਇੱਕ ਰਾਤ ਮਹਾਰਾਜ ਸਾਹਿਬ ਜੀ ਨੇ ਇੱਥੇ ਨਿਵਾਸ ਕੀਤਾ ਪੱਕੇ ਨਗਰ। ਗੁਰਤ ਰੰਗ ਜੈ ਲਾਵਨ ਕੀਨ। ਇੱਥੇ ਕਹਿੰਦੇ ਵੀ ਮਹਾਰਾਜ ਦੀ ਯਾਦਗਾਰ ਵੀ ਕਵੀ ਜੀ ਕਹਿੰਦੇ ਬਣੀ ਹੈ। ਨਾਲ ਹੀ ਦੱਸਦੇ ਨੇ ਕਿ ਜਿੱਥੇ ਮਹਾਰਾਜ ਦਾ ਘੋੜਾ ਬਣਿਆ ਸੀ ਨਾ ਇਹ ਪੱਕੇ ਪਿੰਡ ਦੇ ਵਿੱਚ ਤੇ ਘੋੜਾ ਬੰਨਣ ਲੱਗਿਆ ਗਾੜੇ ਪਛਾੜੇ ਵਾਸਤੇ ਮੇਖਾਂ ਲਾਉਂਦੇ ਸਨ ਕਿੱਲੇ ਗੱਡਦੇ ਸਨ। ਮੇਖ ਤਹਾਂ ਗਾਡੀ ਧਰ ਲਈ ਤੀਨ। ਕਹਿੰਦੇ 3 ਕਿੱਲੇ ਉਹ ਸਵੇਰੇ ਜਿਹੜੇ ਮਹਾਰਾਜ ਦੇ ਘੋੜੇ ਨੂੰ ਬੰਨਣ ਵਾਸਤੇ ਸਿੰਘਾਂ ਨੇ ਗੱਡੇ ਸਨ। ਤੀਨੋਂ ਜੰਡ ਹਰੇ ਹੋਏ ਗਏ। ਉਹ ਤਿੰਨੋਂ ਹੀ ਜਿਹੜੇ ਕਿੱਲੇ ਸਨ ਕਹਿੰਦੇ ਜੰਡ ਦੇ ਦਰਖਤ ਬਣ ਗਏ ਹਰੇ ਹੋ ਗਏ ਤਗੜੇ। ਮਹਾਰਾਜ ਸਾਹਿਬ ਨੇ ਜਿੱਥੇ ਘੋੜਾ ਵੱਜਾ ਹੈ ਪੱਕੇ ਪਿੰਡ ਅਬ ਲਾਓ ਖਰੇ ਨਰਨ ਦਰਸਾਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਤਾਂ ਨਹੀਂ ਦਰਸ਼ਨ ਕੀਤੇ ਪਰ ਜਿਹੜੇ ਸਿੰਘਾਂ ਨੇ ਦਰਸ਼ਨ ਕੀਤੇ ਆ ਨਾ ਉਹ ਆ ਕੇ ਦੱਸਦੇ ਨੇ ਜਿਨ੍ਹਾਂ ਵੇਖਿਆ ਹੈ ਵੀ ਪੱਕੇ ਪਿੰਡ ਜਿੱਥੇ ਮਹਾਰਾਜ ਦੇ ਘੋੜੇ ਨੂੰ ਬੰਨਣ ਵਾਸਤੇ 3 ਕਿੱਲੇ ਗੱਡੇ ਸੀ ਉਹ ਹੁਣ ਜੰਡ ਦੇ ਦਰਖਤ ਬਣੇ ਨੇ ਹਰੇ ਭਰੇ ਹੋਏ। ਪੁੰਨ ਤੈ ਤੇ ਕਰ ਕੂਚ ਪਿਆਨੇ। ਮਹਾਰਾਜ ਪੱਕੇ ਨਗਰ ਤੋਂ ਵੀ ਅੱਗੇ ਚੱਲ ਪਏ ਗਰੀਬ ਨਵਾਜ਼ ਸਾਬੋ ਕੀ ਤਲਵੰਡੀ ਵੱਲ। ਸੁਨ ਸੁਨ ਨਰ ਦਰਸ਼ਨ ਕੋ ਠਾਨੇ। ਰਸਤੇ ਵਿੱਚ ਜਾਂਦੇ ਆ ਜਿਉਂ ਜਿਉਂ ਨੇੜੇ ਨਗਰ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਦਸਮ ਪਾਤਸ਼ਾਹ ਜਾ ਰਹੇ ਨੇ ਤੇ ਦਰਸ਼ਨ ਕਰਨ ਵਾਸਤੇ ਬਹੁਤੇ ਮਾਈ ਭਾਈ ਅੱਗੇ ਵੱਧ ਕੇ ਆਉਂਦੇ ਹਨ। ਰਹਿਓ ਨਿਕਟ ਤਲਵੰਡੀ ਗ੍ਰਾਮੋ। ਇਦਾਂ ਚੱਲਦਿਆ ਹੋਇਆ ਕਹਿੰਦੇ ਥੋੜਾ ਕੀ ਦੂਰ ਸਾਬੋ ਕੀ ਤਲਵੰਡੀ ਨਗਰ ਜਦੋਂ ਰਹਿ ਗਿਆ ਜਹਾਂ ਬਸੇ ਡੱਲਾ ਕਰ ਧਾਮੋ। ਜਿਸ ਸਾਬੋ ਕੀ ਤਲਵੰਡੀ ਦੇ ਵਿੱਚ ਡੱਲ ਸਿੰਘ ਡੱਲਾ ਚੌਧਰੀ ਘਰ ਬਣਾ ਕੇ ਇੱਥੇ ਨਿਵਾਸ ਕਰਦਾ ਏ। ਸਾਬੋ ਕੇ ਰਾਹਕ ਗਨ ਜੇਤੇ। ਇਹਨੇ ਵੀ ਸਾਬੋ ਕੀ ਤਲਵੰਡੀ ਦੇ ਕੋਈ ਜ਼ਿਮੀਂਦਾਰ ਕੋਈ ਕਿਸਾਨ ਜਾਂ ਇੱਥੋਂ ਦੇ ਰਹਿਣ ਵਾਲੇ ਬੰਦੇ ਸਨ। ਤਿਸ ਕੇ ਅਨਸਾਰੀ ਰਹਤੇ ਤੇ। ਸਾਰੇ ਕਹਿੰਦੇ ਵੀ ਭਾਈ ਡੱਲੇ ਦੇ ਅਨੁਸਾਰੀ ਸੀ ਕਿਉਂਕਿ ਪਿੰਡ ਦਾ ਚੌਧਰੀ ਸੀ ਤੇ ਬਾਕੀ ਸਾਰੇ ਇਹਦੀ ਗੱਲ ਮੰਨਦੇ ਸਨ। ਤਿੰਨ ਸੁਨ ਕਰ ਸਤਿਗੁਰ ਅਗਵਨੋ। ਜਦੋਂ ਡੱਲੇ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਨਗਰ ਪਹੁੰਚਣੀ ਵਾਲੇ ਹਨ ਆਏ ਨਿਕਟ ਦੁਸ਼ਟ ਦਲ ਦਵਨੋ। ਦੁਸ਼ਟਾਂ ਦੇ ਦਹਿਨ ਕਰਨ ਵਾਲੇ ਦੁਖੀਆਂ ਨੂੰ ਨਾਸ਼ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਧਰ ਆ ਰਹੇ ਨੇ ਸਾਡੇ ਪਿੰਡ ਵੱਲ। ਭਵਨ ਭਵਨ ਪ੍ਰਤ ਮਾਨਵ ਪਟਕੈ। ਪਤਾ ਲੱਗ ਗਿਆ ਵੀ ਤਲਵੰਡੀ ਦੇ ਮਹਾਰਾਜ ਬਿਲਕੁਲ ਨੇੜੇ ਹੀ ਪਹੁੰਚ ਚੱਲੇ ਆ। ਉਸ ਵੇਲੇ ਡੱਲੇ ਚੌਧਰੀ ਨੇ ਪਿੰਡ ਦੇ ਘਰ ਘਰ ਦੇ ਵਿੱਚ ਆਪਣੇ ਬੰਦੇ ਭੇਜੇ। ਰਾਹਕ ਸਕਲ ਹਕਾਰ ਇਕੱਠਕੈ। ਸਾਰੇ ਪਿੰਡ ਦੇ ਜਿਹੜੇ ਕਿਸਾਨ ਸਨ ਉਹ ਮੁਖੀ ਸਾਰੇ ਇਕੱਠੇ ਕਰ ਲਏ ਵੀ ਚਲੋ ਆਪਾਂ ਗੁਰੂ ਸਾਹਿਬ ਨੂੰ ਅੱਗੋਂ ਲੈਣ ਜਾਣਾ ਏ। ਸ਼ਸਤਰ ਧਾਰ ਤਤਛਿਨ ਚੱਲੇ ਆਏ। ਇਸ ਤਰ੍ਹਾਂ ਡੱਲੇ ਦੀ ਗੱਲ ਮੰਨਦੇ ਸਨ। ਚੌਧਰੀ ਸੀ ਪਿੰਡ ਦਾ ਸਾਰਿਆਂ ਨੇ ਸ਼ਸਤਰ ਸਜਾ ਲਏ ਤੇ ਚੱਲ ਕੇ ਉਸੇ ਵੇਲੇ ਡੱਲੇ ਦੇ ਕੋਲ ਪਹੁੰਚ ਗਏ। ਸੁਬਟ ਚਤਰ ਸ਼ਤ ਕੋ ਸਮਦਾਏ। 400 ਸੂਰਮੇ ਬਣ ਗਏ 400 ਐਨ ਸ਼ਸਤਰ ਧਾਰੀ ਹੋ ਕੇ ਡੱਲੇ ਦੇ ਕੋਲ ਆਏ। ਗਮਨਿਓ ਮਿਲ ਸਭ ਸੰਗ ਅਗਾਰੀ। ਇਕੱਠੇ ਹੋ ਕੇ ਗਿਣਤੀ ਚ 400 ਸਨ ਤਾਂ ਇਕੱਠੇ ਹੋ ਕੇ ਤੇ ਭਾਈ ਡੱਲੇ ਦੇ ਨਾਲ ਜਦੋਂ ਕਲਗੀਧਰ ਮਹਾਰਾਜ ਆ ਰਹੇ ਨੇ ਪੱਕੇ ਪਿੰਡ ਵੱਲੋਂ ਉਧਰ ਨੂੰ ਤੁਰੇ ਹਨ। ਆਦਰ ਹੇਤ ਭਾਉ ਕਰ ਭਾਰੀ। ਦੇ ਵਿੱਚ ਬੜੀ ਭਾਵਨਾ ਏ ਵੀ ਸਤਿਗੁਰੂ ਸਾਡੇ ਨਗਰ ਆ ਰਹੇ ਨੇ ਤੇ ਸਾਨੂੰ ਉਹਨਾਂ ਦਾ ਆਦਰ ਕਰਨ ਦੇ ਲਈ ਅੱਗੋਂ ਲੈਣ ਜਾਣਾ ਚਾਹੀਦਾ ਏ। ਆਵਦ ਚੜੇ ਰੂਪ ਸੁਖ ਕੰਦਾ। ਤਲਵੰਡੀ ਤੋਂ ਸਾਬੋ ਕੀ ਤਲਵੰਡੀ ਤੋਂ ਬਾਹਰ ਨਿਕਲੇ ਤੇ ਉਧਰੋਂ ਵੇਖਿਆ ਵੀ ਘੋੜੇ ਤੇ ਚੜੇ ਹੋਏ ਸੁੱਖਾਂ ਦੇ ਦੇਣ ਹਾਰੇ ਗੁਰੂ ਕਲਗੀਧਰ ਮਹਾਰਾਜ ਜੀ ਆ ਰਹੇ ਨੇ।
ਦੇਖਤ ਸਭ ਕੇ ਅਧਿਕ ਆਨੰਦ ਘੋੜੇ ਦੇ ਚੜੇ ਹੋਏ ਸਤਿਗੁਰੂ ਸਾਹਿਬ ਜੀ ਨੂੰ ਆਉਂਦਿਆਂ ਵੇਖਿਆ ਤੇ ਵੇਖਦੇ ਹੀ ਸਾਰਿਆਂ ਦੇ ਦਿਲ ਵਿੱਚ ਬੜਾ ਹੀ ਆਨੰਦ ਵੱਧ ਗਿਆ। ਡੱਲੇ ਦੇ ਤੇ ਨਾਲ ਦੇ ਸਾਥੀਆਂ ਦੇ ਦੇ ਕਰ ਭੇਟ ਚਰਨ ਅਰਬਿੰਦੰ ਮਹਾਰਾਜ ਸਾਹਿਬ ਜੀ ਦੇ ਕਰ ਭੇਟ ਚਰਨ ਅਰਬਿੰਦੰ ਆਏ ਨੇੜੇ ਤੇ ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੇ ਵਿੱਚ ਭੇਟਾ ਹਾਜ਼ਰ ਕੀਤੀ। ਸਿਰ ਧਰ ਬੰਦੇ ਦਵੈ ਕਰ ਬੰਦਨ ਦੋਵੇਂ ਹੱਥ ਜੋੜ ਕੇ ਸਾਰਿਆਂ ਨੇ ਡੱਲੇ ਦੇ ਸਮੇਤ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਸਿਰ ਰੱਖ ਰੱਖ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਸਭ ਰਾਖ ਹੋਏ ਕਰ ਨੇਰੇ ਜਿੰਨੇ ਵੀ ਸਾਬੋ ਕੀ ਤਲਵੰਡੀ ਦੇ ਕਹਿੰਦੇ ਵੀ ਕਿਸਾਨ ਜ਼ਿਮੀਂਦਾਰ ਸਨ ਉਹ ਵਾਰੀ ਵਾਰੀ ਕਲਗੀਧਰ ਮਹਾਰਾਜ ਦੇ ਨੇੜੇ ਹੋ ਕੇ ਚਰਨ ਸਪਰਸ਼ਤ ਭਾਗ ਵਡੇਰੇ ਵੱਡੇ ਭਾਗ ਜਾਣਦੇ ਨੇ ਵੀ ਸਾਡੇ ਭਾਗ ਵੱਡੇ ਤੇ ਕਲਗੀਧਰ ਮਹਾਰਾਜ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕਰਦੇ ਨੇ। ਸਨੇ ਸਨੇ ਹਟ ਗਏ ਕਰ ਨਮੋ ਇਹਦਾ ਸਹਿਜੇ ਸਾਰੇ ਨਮਸਕਾਰ ਕਰਕੇ ਫਿਰ ਪਿਛਾਂ ਨੂੰ ਵਾਪਸ ਹਟ ਗਏ। ਕੁਸ਼ਲ ਪ੍ਰਸ਼ਨ ਗੁਰ ਕੀਏ ਤੇ ਸਮਯੋ ਮਹਾਰਾਜ ਨੇ ਭਾਈ ਡੱਲੇ ਨੂੰ ਕਿਹਾ ਹਾਂ ਭਾਈ ਚੌਧਰੀ ਡੱਲਿਆ ਆਪਣੀ ਕੋਈ ਸੁਖ ਸਾਂਦ ਕੋਈ ਰਾਜੀ ਖੁਸ਼ੀ ਦੱਸ। ਜੁਤ ਬਾਂਧਵ ਗਨ ਤਵ ਪਰਵਾਰ ਤੇਰਾ ਕੀ ਹਾਲ ਚਾਲ ਹੈ ਵੀ ਆ ਜਿਹੜੇ ਤੇਰੇ ਸੰਬੰਧੀ ਤੇਰੇ ਕੋਈ ਆ ਨਾਲ ਤੇ ਬਰਾਦਰੀ ਦੇ ਕੋਈ ਨਗਰ ਦੇ ਆਏ ਆ ਵੀ ਤੇਰਾ ਪਰਿਵਾਰ ਤੇਰੇ ਰਿਸ਼ਤੇਦਾਰ ਠੀਕ ਠਾਕ ਹੈ ਸੁਖ ਕਹਿਰ ਤਾਂ ਹੈ ਐਵੇਂ ਰਾਜੀ ਖੁਸ਼ੀ ਪੁੱਛੀ ਮਹਾਰਾਜ ਨੇ। ਅਹ ਅਰੋਗ ਕੌਮ ਵੱਡ ਭਾਰਾ ਜਿਹੜੀ ਤੇਰੀ ਕੌਮ ਹੈ ਭਾਈ ਜਿਹੜੇ ਤੇਰੇ ਸਿਪਾਹੀ ਨੇ ਉਹ ਵੀ ਸੁਖੀ ਰਾਜੀ ਖੁਸ਼ੀ ਆ ਨਾ ਵੀ ਦੁੱਖ ਦਲਿੱਦਰ ਤਾਂ ਕੋਈ ਹੈ ਨਹੀਂ ਦੱਸੋ। ਸ਼੍ਰੀ ਪ੍ਰਭ ਕਿਰਪਾ ਆਪ ਕੀ ਪਾਏ ਮਹਾਰਾਜ ਨੇ ਇਹ ਭਾਈ ਡੱਲੇ ਦੀ ਸੁਖ ਸਾਂਦ ਪੁੱਛੀ ਇਹਦੀ ਬਰਾਦਰੀ ਦੀ ਇਹਦੇ ਸਿਪਾਹੀਆਂ ਦੀ ਪੁੱਛੀ ਤਾਂ ਹੱਥ ਜੋੜ ਕੇ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਪ੍ਰਾਪਤ ਹੈ ਤੇ ਤੁਹਾਡੀ ਰਹਿਮਤ ਦਾ ਸਦਕਾ ਸਭ ਵਿਦ ਕੁਸ਼ਲ ਗ੍ਰਾਮ ਸਮੁਦਾਏ ਕਰਕੇ ਮਹਾਰਾਜ ਮੈਂ ਵੀ ਰਾਜੀ ਖੁਸ਼ ਹਾਂ ਮੇਰੀ ਫੌਜ ਮੇਰਾ ਪਿੰਡ ਤੁਹਾਡੀ ਕਿਰਪਾ ਨਾਲ ਸਭ ਰਾਜੀ ਖੁਸ਼ੀ ਹਨ। ਦਰਸ਼ਨ ਸ਼੍ਰੇ ਮੂਲ ਅਬ ਪਾਵਾ ਹੋਰ ਮਹਾਰਾਜ ਸਾਹਿਬ ਜੀ ਵੱਡੇ ਭਾਗ ਮੁਕਤੀ ਦੇ ਦੇਣ ਨੂੰ ਜੋ ਮੁੱਢ ਰੂਪ ਨੇ ਤੁਹਾਡੇ ਦਰਸ਼ਨ ਪਾਪ ਤੁਹਾਡੇ ਦਰਸ਼ਨ ਕਰਕੇ ਮੁਕਤੀ ਮਿਲਦੀ ਹੈ ਉਹ ਹੁਣ ਸਾਨੂੰ ਸਾਰਿਆਂ ਨੂੰ ਤੁਹਾਡੇ ਦਰਸ਼ਨ ਪ੍ਰਾਪਤ ਹੋ ਗਏ ਨੇ। ਸੁਨ ਆਗਮਨ ਆਨੰਦ ਵਧਾਵਾ ਜਦੋਂ ਸਾਨੂੰ ਪਤਾ ਲੱਗਾ ਨਾ ਵੀ ਤੁਸੀਂ ਸਾਡੇ ਨਗਰ ਵੱਲ ਆ ਰਹੇ ਹੋ ਤਾਂ ਸੱਚ ਜਾਣਿਓ ਸਾਨੂੰ ਬਹੁਤ ਹੀ ਚਾਅ ਚੜ ਗਿਆ। ਕਿਤਕ ਦੂਰ ਤਲਵੰਡੀ ਰਹੀ ਮਹਾਰਾਜ ਸਾਹਿਬ ਜੀ ਬਸ ਕਿਤਕ ਦੂਰ ਤਲਵੰਡੀ ਰਹੀ ਜਿੱਥੇ ਭਾਈ ਡੱਲੇ ਦਾ ਮਿਲਾਪ ਹੋਇਆ ਮਹਾਰਾਜ ਨੂੰ ਇਥੋਂ ਤਲਵੰਡੀ ਕਹਿੰਦੇ ਥੋੜੀ ਦੂਰ ਸੀ ਮਹਾਲਸਰ ਗੁਰਦੁਆਰਾ ਬਣਿਆ ਹੋਇਆ ਉੱਥੇ। ਉਤਰ ਪਰੋ ਪਿਕ ਸੁਨ ਬਲ ਤਹੀ ਉਤਰ ਪਰੇ ਪਿਕ ਸੁਨ ਸਰ ਤਹੀ ਭਜਨ ਬਲਾਸ ਕੀਤੇ ਮਹਾਰਾਜ ਸਾਹਿਬ ਜੀ ਨੇ ਦਰਸ਼ਨ ਦੇ ਕੇ ਤੇ ਮਹਾਲਸਾਰੀ ਮਹਾਰਾਜ ਉਤਰ ਗਏ ਤੋਂ ਤਲਵੰਡੀ ਆਲਾ ਥੋੜੀ ਕੁ ਦੂਰ ਰਹਿ ਗਈ ਆ। ਸਕਲ ਬਹੀਰ ਜਬੈ ਚੱਲੇ ਆਵੇ ਮਹਾਰਾਜ ਕਹਿੰਦੇ ਵੀ ਚਲੋ ਵੀ ਇੱਥੇ ਹੀ ਉਤਾਰਾ ਕਰੋ ਸਿੰਘੋ ਵੀ ਜਿਹੜਾ ਪਿਛੇ ਆਪਣੇ ਵੀਰ ਆ ਰਿਹਾ ਜਿਹੜੇ ਆਪਣੀਆਂ ਬੱਗੀਆਂ ਆ ਰਹੀਆਂ ਗੱਡੇ ਆ ਰਹੇ ਹੋਰ ਫੌਜ ਆ ਰਹੀ ਜਦੋਂ ਸਾਰਾ ਹੀ ਇੱਥੇ ਪਹੁੰਚ ਜਾਵੇਗਾ ਇਕੱਠੇ ਹੋ ਜਾਵਾਂਗੇ। ਸੰਧਿਆ ਭਈ ਗ੍ਰਾਮ ਢਿੱਗ ਜਾਵੇ ਪਿਛਲੇ ਦੇ ਪੈਰ ਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ ਵੀ ਆਪਾਂ ਸਾਬੋ ਕੀ ਤਲਵੰਡੀ ਪਿੰਡ ਦੇ ਨੇੜੇ ਜਾਵਾਂਗੇ ਭਾਵ ਰਾਤ ਜੀ ਨੂੰ ਇੱਥੇ ਪਹੁੰਚਾਂਗੇ ਆਪਾਂ। ਫਰਸ਼ ਵਿਸਾਲ ਘਰੇ ਤਿਸ ਥਾਨਾ ਮਹਾਰਾਜ ਦੇ ਹੁਕਮ ਦੇ ਨਾਲ ਉੱਥੇ ਵਿਛਾਈ ਹੋ ਗਈ ਦੀਵਾਨ ਸਜ ਗਿਆ ਜਿੱਥੇ ਗੁਰਾਂ ਨੇ ਬਰਾਜਣਾ ਸੀ ਉਥੇ ਸੋਹਣੀਆਂ ਸਿੰਘਾਂ ਨੇ ਵਿਛਾਈਆਂ ਕਰ ਦਿੱਤੀਆਂ। ਬੈਠ ਗਏ ਪੁਨ ਕਿਰਪਾ ਨਿਧਾਨਾ ਕਿਰਪਾ ਦੇ ਖਜ਼ਾਨੇ ਗੁਰੂ ਕਲਗੀਧਰ ਮਹਾਰਾਜ ਜੀ ਇੱਥੇ ਹੀ ਬੈਠ ਗਏ ਜਿੱਥੇ ਮਹੱਲਸਰ ਬਣਿਆ ਹੋਇਆ ਦਮਦਮੇ ਸਾਹਿਬ ਤੋਂ ਬਾਹਰ ਬ੍ਰਿੰਦ ਬਿਰਾਦਰ ਲੈ ਕਰ ਸੋਈ ਮਹਾਰਾਜ ਹਾਂਜੀ ਬ੍ਰਿੰਦ ਬਿਰਾਦਰ ਲੈ ਕਰ ਸੋਈ ਭਾਈ ਡੱਲਾ ਵੀ ਆਪਣੀ ਬਰਾਦਰੀ ਦੇ ਸਾਰੇ ਜਿਹੜੇ ਬੰਦੇ ਸਨ ਉਹਨਾਂ ਨੂੰ ਲੈ ਕਰਕੇ ਬੈਠਿਓ ਡੱਲਾ ਪ੍ਰਭ ਟਿਗ ਹੋਈ ਕਲਗੀਧਰ ਮਹਾਰਾਜ ਦੇ ਕੋਲੇ ਬੈਠ ਗਿਆ ਜਿੱਥੇ ਬੈਠਾ ਇਹਦੇ ਮਗਰ ਸਾਰੇ ਹੀ ਇਹਦੇ ਨਾਲ ਦੇ ਜੋ ਸਾਥੀ ਕੋਈ ਪਿੰਡ ਦੇ ਕੋਈ ਫੌਜ ਦੇ ਸਿਪਾਹੀ ਬੈਠ ਗਏ। ਕਰ ਕੋ ਜੋਰ ਪ੍ਰਸੰਗ ਚਲਾਵਾ ਮਹਾਰਾਜ ਦੇ ਕੋਲ ਜਦੋਂ ਬੈਠਾ ਤੇ ਭਾਈ ਡੱਲੇ ਨੇ ਮਹਾਰਾਜ ਦੇ ਨਾਲ ਬਚਨ ਸ਼ੁਰੂ ਕਰ ਲਿਆ। ਤੁਰਕ ਦੁਸ਼ਟ ਬਹੁ ਕਪਟ ਕਮਾਵਾ ਮਹਾਰਾਜ ਅਸੀਂ ਸੁਣਿਆ ਸਾਰਾ ਵੀ ਜਿਹੜੇ ਤੁਰਕ ਨੇ ਦੁਸ਼ਟ ਨੇ ਇਹਨਾਂ ਤੁਹਾਡੇ ਨਾਲ ਮਹਾਰਾਜ ਬੜਾ ਹੀ ਛਲ ਕੀਤਾ
ਵੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ ਤੇ ਝੂਠੀਆਂ ਸਹੁੰਆਂ ਖਾ ਕੇ ਤੇ ਫਿਰ ਤੁਹਾਡੇ ਤੇ ਹਮਲਾ ਕੀਤਾ। ਆਪ ਲਰੇ ਕੀ ਨਸ ਕਮਸਾਨਾ। ਕਹਿੰਦਾ ਮਹਾਰਾਜ ਤੁਸੀਂ ਜੰਗ ਬੜੇ ਘਮਸਾਣ ਦੇ ਕੀਤੇ, ਭਾਵੇਂ ਇਹਨਾਂ ਤੁਰਕਾਂ ਨੇ ਪਹਾੜੀਆਂ ਨੇ ਤੁਹਾਡੇ ਨਾਲ ਸ਼ਰ ਫਰੇਬ ਕੀਤਾ, ਪਰ ਪਾਤਸ਼ਾਹ ਫਿਰ ਵੀ ਆਪ ਜੀ ਨੇ ਬੜੇ ਘਮਸਾਣ ਦੇ ਤਗੜੇ ਯੁੱਧ ਕੀਤੇ। ਭਇਓ ਬਿਨਾਚੀ ਗਨ ਤੁਰਕਾਨਾ। ਸਾਨੂੰ ਸਾਰਾ ਇੱਥੇ ਪਤਾ ਲੱਗਾ ਹੈ ਵੀ ਜੰਗ ਕਰਦੇ ਆ ਤੁਹਾਡੇ ਨਾਲ ਲੱਖਾਂ ਹੀ ਤੁਰਕ ਮਾਰੇ ਗਏ। ਕਹਾ ਮੁਲਕ ਕੋ ਮਾਲਿਕ ਸ਼ਾਹੂ। ਮਹਾਰਾਜ ਜੀ ਕਿੱਥੇ ਇਸ ਦੇਸ਼ ਦਾ ਮਾਲਕ ਔਰੰਗਜ਼ੇਬ ਬਾਦਸ਼ਾਹ, ਏਡਾ ਵੱਡਾ ਬਾਦਸ਼ਾਹ ਦੇ ਲੱਖਾਂ ਜੀ ਦੇ ਕੋਲ ਫੌਜਾਂ। ਕਹਾ ਆਪ ਢਿਗ ਭੱਟ ਉਤਸ਼ਾਹੂ। ਕਿੱਥੇ ਮਹਾਰਾਜ ਜੀ ਆਪ ਜੀ ਦੇ ਕੋਲ ਥੋੜੇ ਜਿਹੇ ਸੂਰਮੇ, ਪਰ ਉਹ ਥੋੜੇ ਜਿਹੇ ਵੀ ਮਹਾਰਾਜ ਇੰਨੇ ਉਤਸ਼ਾਹ ਵਾਲੇ ਵੀ ਉਹਨਾਂ ਨੇ ਲੱਖਾਂ ਤੁਰਕਾਂ ਦੇ ਨਾਲ ਜੰਗ ਮੰਡਿਆ। ਕਾਰਜ ਪਰੇ ਜੰਗ ਕੇ ਭਾਰੇ। ਭਾਈ ਡੱਲਾ ਇਹ ਤਾਂ ਮਹਾਰਾਜ ਨਾਲ ਬਚਨ ਕਰਦਾ, ਸਤਿਗੁਰੂ ਤੁਹਾਨੂੰ ਤੇ ਬਹੁਤ ਜੰਗ ਦੇ ਮਹਾਰਾਜ ਕੰਮ ਪਏ ਆ ਕੇ, ਫਿਰ ਤੁਹਾਡੇ ਤੇ ਬੜੀਆਂ ਫੌਜਾਂ ਚੜ ਚੜ ਕੇ ਆਉਂਦੀਆਂ ਰਹੀਆਂ। ਸਾਹਿਬ ਜਾਦੇ ਮ੍ਰਿਤ ਪੇਚਾਰੇ। ਮਹਾਰਾਜ ਸਾਨੂੰ ਇਹ ਵੀ ਪਤਾ ਲੱਗਾ ਹੈ ਵੀ ਤੁਹਾਡੇ ਚੌਵੇਂ ਸਾਹਿਬਜ਼ਾਦੇ ਵੀ ਮਹਾਰਾਜ ਚੜ੍ਹਾਈ ਕਰਕੇ ਸ਼ਹੀਦੀਆਂ ਪਾ ਗਏ ਨਾ ਜੰਗਾਂ ਜੁੱਧਾਂ ਕਾਰਨ। ਭੀੜ ਕਠਨ ਰਾਵਰ ਪਰ ਆਈ। ਮਹਾਰਾਜ ਤੁਹਾਡੇ ਤਾਂ ਬਹੁਤ ਕਹਿੰਦੇ ਔਖੀ ਭੀੜ ਆਈ ਸੀ, ਤੁਹਾਡੇ ਤੇ ਬਹੁਤ ਮਹਾਰਾਜ ਵਿਪਤਾ ਦਾ ਸਮਾਂ ਆਇਆ ਰਿਹਾ। ਘੇਰਿਓ ਅਨੰਦਪੁਰ ਚਾਹੋਂ ਕਾਈ। ਅਨੰਦਪੁਰ ਸਾਹਿਬ ਨੂੰ ਚਾਰ ਸਫੇਰਿਓ ਕਹਿੰਦੇ 10 ਲੱਖ ਫੌਜ ਨੇ ਘੇਰਾ ਪਾ ਰੱਖਿਆ। ਕਿੰਨਾ ਮਹਾਰਾਜ ਮੁਸੀਬਤ ਦਾ ਸਮਾਂ ਹੈ। ਸਮਾਂ ਕਸ਼ਟ ਕੇ ਅਸ ਜਬ ਆਏ। ਭਾਈ ਡੱਲਾ ਮਹਾਰਾਜ ਨਾਲੇ ਬਚਨ ਕਰਦਾ ਏ ਤੇ ਨਾਲੇ ਰੋਸ ਕਰਦਾ, ਕਹਿੰਦਾ ਮਹਾਰਾਜ ਜਦੋਂ ਇਹੋ ਜਿਹਾ ਤੁਹਾਡੇ ਦੇ ਕਸ਼ਟ ਦਾ ਸਮਾਂ ਆਇਆ, ਜਦੋਂ ਅਨੰਦਪੁਰੀ ਨੂੰ ਇੰਨਾ ਚਿਰ ਘੇਰਾ ਪਿਆ ਰਿਹਾ, ਹਮਕੋ ਸਿਮਰਿਓ ਨਹੀਂ ਕਦਾਏ। ਮਹਾਰਾਜ ਅਸੀਂ ਵੀ ਤੇ ਤੁਹਾਡੇ ਹੀ ਸੀ, ਸਾਨੂੰ ਤਾਂ ਇਹ ਸਮੇਂ ਤੁਸੀਂ ਕਦੀ ਚੇਤੇ ਹੀ ਨਹੀਂ ਕੀਤਾ। ਜਦੋਂ ਤੁਹਾਡੇ ਦੇ ਬਿਪਤਾ ਪਈ ਅਨੰਦਪੁਰ ਸਾਹਿਬ ਆ ਕੇ, ਤੇ ਭਾਈ ਡੱਲਾ ਕਹਿੰਦਾ ਮਹਾਰਾਜ ਅਸੀਂ ਵੀ ਤੇ ਤੁਹਾਡੇ ਸਿੱਖੀ ਸੀ, ਮੈਨੂੰ ਵੀ ਯਾਦ ਕਰ ਲੈਂਦੇ ਉਸ ਸਮੇਂ। 200 ਕਿਦੋ 3 ਸਹਿ ਬੀਰਾ। ਜ਼ਿਆਦਾ ਨਹੀਂ ਤਾਂ 200 ਤੇ ਜਾਂ ਮੈਂ 300 ਚੰਗੇ ਸੂਰਮੇ ਲੈ ਕੇ 7-7 ਫੁੱਟੇ ਲੈ ਕਰ ਮੈਂ ਪਹੁੰਚਤ ਪ੍ਰਭ ਤੀਰਾ। ਮਹਾਰਾਜ ਤੁਹਾਡੇ ਕੋਲ ਮੈਂ ਪਹੁੰਚਦਾ। ਭਾਈ ਡੱਲਾ ਕਹਿੰਦਾ ਜੇ ਮੈਨੂੰ ਸੱਦਦੇ ਤੇ ਮੈਂ ਵੀ ਮਹਾਰਾਜ ਆਪਣੇ ਸਿਪਾਹੀ ਲੈ ਕੇ ਜੰਗਲ ਤੇ ਮਾਲਵੇ ਦੇ ਪਹੁੰਚਦਾ। ਕਰ ਪਰਾਕਰਮ ਕੇ ਯੁੱਧ ਵਿਸਾਲੇ। ਮਹਾਰਾਜ ਜਿਹੜੇ ਮੇਰੇ ਸੂਰਮੇ ਆ ਨਾ, ਇਹ ਜੰਗ ਕਰਨ ਦੇ ਬੜੇ ਪਰਾਕਰਮੀ ਨੇ, ਬੜੇ ਪੁਰਸ਼ਾਰਥੀ ਨੇ, ਬੜੇ ਉਦਮੀ ਹਨ। ਤੇ ਜੇ ਅਸੀਂ 200-300 ਲੈ ਕੇ ਆਉਂਦੇ ਤੇ ਤਗੜਾ ਮਹਾਰਾਜ ਜੰਗ ਕਰਨਾ ਸੀ। ਫਿਰ ਸਭ ਬਿਦ ਤੁਮਕੋ ਰਖਤ ਸੁਖਾਲੇ। ਤੁਹਾਡੇ ਤੇ ਆ ਦੁੱਖ ਨਹੀਂ ਸੀ ਆਉਣ ਦੇਣੇ, ਤੁਹਾਨੂੰ ਮੈਂ ਸਭ ਤਰ੍ਹਾਂ ਕਰਕੇ ਡੱਲਾ ਕਹਿੰਦਾ ਸੁਖਾਲੇ ਰੱਖਦਾ। ਜੇ ਕਿਤੇ ਮਹਾਰਾਜ ਮੈਨੂੰ ਚੇਤੇ ਕਰਦੇ 200-300 ਸਿਪਾਹੀ ਜਵਾਨ ਲੈ ਕੇ ਆਉਂਦਾ, ਤੁਹਾਨੂੰ ਸੁਖੀ ਰੱਖਦੇ ਅਸੀਂ। ਸੁਣ ਕਰ ਡੱਲੇ ਤੇ ਸ਼ੁਭ ਬੈਨੰ। ਭਾਈ ਡੱਲੇ ਨੇ ਬੜੇ ਸੋਹਣੇ ਭਜਨ ਕਹੇ ਵੀ ਮਹਾਰਾਜ ਸਾਨੂੰ ਹੀ ਚੇਤੇ ਕਰ ਲੈਂਦੇ। ਤਾਂ ਸੁਣ ਕੇ ਕਲਗੀਧਰ ਸਾਹਿਬ ਜੀ ਨੇ ਸ਼੍ਰੀ ਮੁਖ ਭਾਖਿਓ ਪੰਕਜ ਨੈਨੰ। ਕਮਲ ਵਰਗੇ ਜਿਨ੍ਹਾਂ ਦੇ ਨੇਤਰ ਹੈ, ਕਲਗੀਧਰ ਸਾਹਿਬ ਜੀ ਕਹਿਣ ਲੱਗੇ ਭਈ ਸੋ ਭਈ ਬੀਤ ਅਬ ਗਇਓ। ਮਹਾਰਾਜ ਕਹਿੰਦੇ ਭਾਈ ਡੱਲਿਆ ਜਿਹੜੀ ਗੱਲ ਹੋ ਗਈ ਆ ਹੋ ਗਈ, ਜਿਹੜੀ ਬੀਤ ਗਈ ਆ ਹੁਣ ਬੀਤ ਗਈ ਆ। ਹੱਥ ਨ ਆਵੇ ਜਤਨ ਜ ਕਯੂ। ਕਹਿੰਦੇ ਕੋਈ ਯਤਨ ਵੀ ਕਰੇ ਤੇ ਜਿਹੜਾ ਬੀਤਿਆ ਸਮਾਂ ਹੁੰਦਾ ਹੈ ਉਹ ਕਦੀ ਹੱਥ ਥੋੜਾ ਹੁੰਦਾ ਹੈ। ਕਹਿੰਦੇ ਕੋਈ ਨਾ, ਜਿਹੜਾ ਸਮਾਂ ਲੰਘ ਗਿਆ ਜੇ ਨਹੀਂ ਤੈਨੂੰ ਚੇਤੇ ਕਰ ਸਕੇ ਤਾਂ ਠੀਕ ਆ, ਵੀ ਹੁਣ ਜਿਹੜਾ ਲੰਘ ਹੀ ਗਿਆ ਸਮਾਂ ਉਹਦੇ ਬਾਰੇ ਪਾਤਸ਼ਾਹ ਕਹਿੰਦੇ ਕੀ ਸੋਚਣਾ। ਜੰਗ ਬਿਖੈ ਮਾਰਨ ਕਹਿ ਮਰਨੋ। ਬਾਕੀ ਮਹਾਰਾਜ ਕਹਿੰਦੇ ਵੀ ਸਾਨੂੰ ਕੋਈ ਰੋਸ ਜਾਂ ਕੋਈ ਕਿਸੇ ਤਰ੍ਹਾਂ ਦਾ ਕਸ਼ਟ ਨਹੀਂ ਹੈ। ਜਿਹੜੇ ਜੰਗ ਯੁੱਧ ਹੁੰਦੇ ਜਿੱਦਾਂ ਹੀ ਹੁੰਦਾ ਵੀ ਜਾਂ ਅਗਲੇ ਨੂੰ ਮਾਰ ਦੋ ਤੇ ਜਾਂ ਆਪ ਮਰ ਜਾਓ, ਸ਼ਹੀਦ ਹੋ ਜਾਓ। ਇਹ ਜੰਗ ਯੁੱਧ ਦੀ ਮਰਿਆਦਾ ਇਹੀ ਹੈ। ਪਛਤਾਤਾਪ ਕਹਾਂ ਤਿਸ ਕਰਨੋ। ਇਸ ਕਰਕੇ ਉਹ ਗੱਲ ਦਾ ਪਛਤਾਵਾ ਕਾਹਦਾ ਕਰਨਾ ਹੈ ਵੀ ਇੰਨੇ ਸ਼ਹੀਦ ਹੋ ਗਏ, ਇੰਨੇ ਮਾਰੇ ਗਏ। ਮਹਾਰਾਜ ਕਹਿੰਦੇ ਭਾਈ ਡੱਲਿਆ ਜੰਗ ਹੁੰਦੀ ਏਦਾਂ ਹੈ, ਜਾਂ ਅਗਲੇ ਦੇ ਮਾਰ ਦਈਦੇ ਜਾਂ ਆਪ ਸ਼ਹੀਦੀਆਂ ਦੇ ਦਈਏ। ਇਹਦਾ ਪਛਤਾਤਾਪ ਕਾਹਦਾ, ਜੰਗ ਕਰਨ ਦਾ ਕਾਹਦਾ ਕਹਿੰਦੇ ਵੀ ਪਛਤਾਵਾ ਕਰਨਾ। ਕੋਨ ਡੱਲਾ ਬੋਲਿਓ ਸੁਣ ਐਸੇ। ਮਹਾਰਾਜ ਨੇ ਇੱਕ ਕਿਹਾ ਤਾਂ ਸਤਿਗੁਰਾਂ ਨੇ ਪ੍ਰੇਮ ਜਾਣਿਆ ਵੀ ਇਹ ਪ੍ਰੇਮ ਕਰਦਾ ਹੈ ਸਾਡੇ ਨਾਲ। ਮਹਾਰਾਜ ਕੋ ਸੁਣ ਕੇ ਭਾਈ ਡੱਲਾ ਫੇਰ ਦੂਜੀ ਵਾਰ ਬੋਲਿਆ ਅਹੈ ਜਥਾਵਤ ਉਚਰੋ ਜੈਸੇ। ਮਹਾਰਾਜ ਜਿਵੇਂ ਤੁਸੀਂ ਕਿਹਾ ਹੈ ਨਾ ਗੱਲ ਤਾਂ ਬਿਲਕੁਲ ਠੀਕ ਹੈ ਵੀ ਸਮਾਂ ਲੰਘ ਗਿਆ, ਜਿਹੜਾ ਲੰਘ ਗਿਆ
ਜਾਂ ਜੰਗ ਵਿੱਚ ਮਾਰਨਾ ਮਰਨਾ ਹੁੰਦਾ ਏ ਤਉ ਉਦਾਸ ਅਮਰਾਵਰ ਕੇਰੇ। ਫਿਰ ਵੀ ਮਹਾਰਾਜ ਅਸੀਂ ਵੀ ਤਾਂ ਤੁਹਾਡੇ ਹੀ ਦਾਸ ਆ, ਅਸੀਂ ਵੀ ਤਾਂ ਤੁਹਾਡੇ ਹੀ ਸਿੱਖ ਹਾਂ। ਘਾਲਤ ਰਣ ਕਮਸਾਨ ਕਨੇਰੇ। ਜੇ ਕਦੇ ਮਹਾਰਾਜ ਮੈਨੂੰ ਤੁਸੀਂ ਸੱਦ ਲੈਂਦੇ ਹੋ ਤੇ ਮੈਂ ਆਪਣੇ ਜਵਾਨ ਲੈ ਕੇ ਆਉਂਦਾ ਤੇ ਅਸੀਂ ਬੜਾ ਘਮਸਾਨ ਦਾ ਯੁੱਧ ਕਰਨਾ ਸੀ। ਕਰਤ ਕਾਜ ਰਾਵਰ ਕੇ ਤਬੂ। ਜਦੋਂ ਮਹਾਰਾਜ ਤੁਸੀਂ ਸਾਨੂੰ ਸੱਦਦੇ ਨਾ ਕਦੇ ਹੁਕਮਨਾਮਾ ਭੇਜ ਕੇ ਤੇ ਭਾਈ ਡੱਲਾ ਕਹਿੰਦਾ ਤੁਹਾਡੇ ਵੱਲ ਇਹ ਕਈ ਕੰਮ ਮਹਾਰਾਜ ਮੈਂ ਸਵਾਰ ਦੇਣੇ ਸਨ। ਜਿੰਨਾ ਚਿਰ ਸਿੱਖ ਸੇਵਾ ਦੀ ਭਾਵਨਾ ਰੱਖੇ ਵੀ ਮਹਾਰਾਜ ਸਾਨੂੰ ਵੀ ਸੇਵਾ ਦਾ ਮੌਕਾ ਦਿਓ, ਉਹਨਾਂ ਚਿਰ ਠੀਕ ਹੈ। ਜਦੋਂ ਇਹ ਆਵੇ ਵੀ ਮੈਂ ਗੁਰੂ ਦੇ ਕੰਮ ਸਵਾਰਾਂਗਾ ਫੇਰ ਹੋਵੇਂ ਆ। ਕਹਿਣ ਲੱਗਾ ਮਹਾਰਾਜ ਤੁਹਾਡੇ ਕਈ ਕੰਮ ਮੈਂ ਕਰ ਦੇਣੇ ਸੀ, ਉੱਥੇ ਆ ਕੇ ਕਾਰਜ ਸਵਾਰ ਦੇਣੇ ਸਨ। ਲੈ ਕਰ ਮੈਂ ਪਹੁੰਚਤ ਪਟ ਸਭ ਬਸ ਹੂੰ। ਤੁਹਾਡੇ ਮਹਾਰਾਜ ਸੁਨੇਹ ਦੀ ਢੀਕ ਸੀ, ਮੈਂ ਸੂਰਮਿਆਂ ਨੂੰ ਲੈ ਕੇ ਤੇ ਝਾਟੀ ਅਨੰਦਪੁਰ ਸਾਹਿਬ ਪਹੁੰਚ ਜਾਣਾ ਸੀ। ਲਿਖਤ ਹੁਕਮਨਾਮਾ ਜੇ ਪਟ ਹੋ। ਦੇਖਦੇ ਮਹਾਰਾਜ ਹੁਕਮਨਾਮਾ ਲਿਖ ਕੇ ਤੇ ਮੈਨੂੰ ਭੇਜ ਦਿੰਦੇ ਤਾਂ ਮੈਂ ਆ ਕੇ ਤੁਹਾਡੇ ਮਹਾਰਾਜ ਕਈ ਕੰਮ ਕਰ ਦੇਣੇ ਸਨ। ਬਿਨਾ ਬਿਲੰਬ ਮਿਲਤ ਮੈਂ ਤਟ ਹੋ। ਮਹਾਰਾਜ ਮੈਂ ਇੰਨਾ ਪੱਕਾ ਏ ਵੀ ਬਿਨਾਂ ਦੇਰੀ ਤੋਂ ਬੜੀ ਛੇਤੀ ਮੈਂ ਤੁਹਾਡੇ ਕੋਲ ਪੁੱਜ ਜਾਣਾ ਸੀ। ਸਭ ਬਿਦ ਕਰ ਸਹਾਏ ਲੈ ਆਵਤ। ਤੇ ਬਾਦਸ਼ਾਹ ਜੇ ਮੈਂ ਅਨੰਦਪੁਰ ਆਇਆ ਹੁੰਦਾ ਨਾ ਤੁਹਾਡੇ ਦੇ ਮੁਸੀਬਤਾਂ ਨਹੀਂ ਸੀ ਆਉਣੀਆਂ, ਸਾਹਿਬਜ਼ਾਦੇ ਸ਼ਹੀਦ ਨਹੀਂ ਸੀ ਹੋਣੇ, ਸਿੰਘਾਂ ਦੀਆਂ ਸ਼ਹੀਦੀਆਂ ਨਹੀਂ ਸੀ ਹੋਣੀਆਂ, ਕਿਉਂਕਿ ਮੈਂ ਤੁਹਾਡੀ ਸਹਾਇਤਾ ਕਰਕੇ ਤੁਹਾਨੂੰ ਘੇਰੇ ਚੋਂ ਕੱਢ ਕੇ ਲੈ ਆਉਣਾ ਸੀ ਆਪਣੇ ਕੋਲ। ਇਤੇ ਬਿਗਨ ਕਿਉਂ ਹੈ ਬੇਪਾਵਤ। ਇੰਨੇ ਵਿਗੜ ਥੋੜਾ ਫਿਰ ਤੁਹਾਨੂੰ ਪਾਉਣੇ ਪੈਣੇ ਸੀ, ਇੰਨੀਆਂ ਮੁਸੀਬਤਾਂ ਨਹੀਂ ਸੀ ਝੱਲਣੀਆਂ ਪੈਣੀਆਂ ਜੇ ਭਾਈ ਡੱਲਾ ਕਹਿੰਦਾ ਮੈਨੂੰ ਸੁਨੇਹਾ ਲਾਇਆ ਹੁੰਦਾ। ਸੁਨ ਸ਼੍ਰੀ ਪ੍ਰਭ ਪੁਨ ਤੇ ਸਮਝਾਇਓ। ਮਹਾਰਾਜ ਨੇ ਸੁਣ ਕੇ ਦੇ ਕਹੋ ਤੇ ਦੂਜੀ ਵਾਰ ਫੇਰ ਸਮਝਾਇਆ ਵੀ ਭਾਈ ਡੱਲਿਆ ਸਮਾਂ ਬਿਤਿਓ ਕਬ ਹੱਥ ਨ ਆਇਓ। ਕਹਿੰਦੇ ਜਿਹੜਾ ਸਮਾਂ ਲੰਘ ਗਿਆ ਏ ਕਦੀ ਲੰਘਿਆ ਸਮਾਂ ਕਿਸੇ ਦੇ ਹੱਥ ਥੋੜਾ ਆਉਂਦਾ, ਜੋ ਹੋ ਗਿਆ ਹੁਣ ਕੱਲ ਤੋਂ ਪਿਛਲੀਆਂ ਗੱਲਾਂ ਚੇਤੇ ਕਰਦਾ ਏ। ਨਹੀਂ ਉਪਾਏ ਬਨੇ ਅਬ ਤਾਹੂ। ਹੁਣ ਉਹਨਾਂ ਗੱਲਾਂ ਦਾ ਕੋਈ ਯਤਨ ਥੋੜਾ ਬਣ ਸਕਦਾ ਏ ਜਿਹੜੀ ਅਨੰਦਪੁਰ ਚ ਹੋ ਗਈ, ਜੋ ਸ਼ਹੀਦੀਆਂ ਹੋ ਗਈਆਂ, ਹੁਣ ਤੇਰੇ ਕਹਿਣ ਨਾਲ ਉਹ ਯਤਨ ਨਹੀਂ ਕੋਈ ਬਣਨਾ। ਹੋ ਨਹਾਰ ਸਿਰ ਪਰ ਸਭ ਕਾਹੂ। ਬਾਕੀ ਮਹਾਰਾਜ ਕਹਿੰਦੇ ਜਿਹੜੀ ਗੱਲ ਹੋਣ ਵਾਲੀ ਹੁੰਦੀ ਆ ਉਹ ਸਾਰਿਆਂ ਦੇ ਸਿਰ ਤੇ ਹੋ ਕੇ ਰਹਿੰਦੀ ਹੈ, ਕਿਸੇ ਦੇ ਕਹਿਣ ਦੇ ਨਾਲ ਕਦੀ ਹੋਣੀ ਥੋੜਾ ਵਾਪਸ ਮੁੜੀ ਹੈ। ਇਤੋ ਕਹਿਓ ਪਰ ਤਉ ਨ ਮੰਨੋ। ਮਹਾਰਾਜ ਸਾਹਿਬ ਨੇ ਏਦਾਂ ਇਹ ਦੂਜੀ ਵਾਰ ਵੀ ਭਾਈ ਡੱਲੇ ਨੂੰ ਸਮਝਾਇਆ ਵੀ ਤੂੰ ਕੋਈ ਨਹੀਂ ਪਿਛਲੀ ਗੱਲ ਕੋਈ ਹੁਣ ਨਾ ਛੇੜ, ਪਰ ਭਾਈ ਡੱਲੇ ਦੇ ਮਨ ਵਿੱਚ ਜਿਹੜਾ ਸੀ ਹੰਕਾਰ ਜਿਹਾ ਆ ਗਿਆ ਵੀ ਜੇ ਮੈਂ ਹੁੰਦਾ ਤੇ ਮਹਾਰਾਜ ਤੁਹਾਨੂੰ ਕੁਝ ਹੋਣ ਨਹੀਂ ਸੀ ਦੇਣਾ। ਇਹ ਮਹਾਰਾਜ ਇੰਨਾ ਕਹਿ ਕੇ ਇਹਨੂੰ ਸਮਝਾਉਂਦੇ ਆ ਪਰ ਇਹ ਨਹੀਂ ਕਹਿਆ ਮਨ ਦਾ ਚੁੱਪ ਨਾ ਹੋਇਆ। ਤਜੈ ਪ੍ਰਸੰਗ ਸੁਨਾਵੈ ਤੌਨੰ। ਮਹਾਰਾਜ ਉਹ ਗੱਲ ਛੱਡਦੇ ਆ ਵੀ ਚਲੋ ਸਾਡਾ ਸਿੱਖ ਹੈ ਵੀ ਇਹਨੂੰ ਕਾਹਤੋਂ ਆਪਾਂ ਹਉਮੈ ਹੰਕਾਰ ਵਾਲੇ ਪਾਸੇ ਨੂੰ ਜਾਣ ਦੇਣਾ ਹੈ, ਵੀ ਇਹਦੀ ਹਉਮੈ ਹੰਕਾਰ ਨਾ ਜਾਵੇ, ਵੀ ਇਹਦੀ ਹਾਨੀ ਕਿਉਂ ਕਰਨੀ ਹੈ ਵੀ ਚਾਰ ਬੰਦਿਆਂ 'ਚ ਹੰਕਾਰ ਹਾਨੀ ਕਰਾਉਂਦਾ ਏ। ਮਹਾਰਾਜ ਉਹ ਗੱਲ ਛੱਡਦੇ ਅਨੰਦਪੁਰ ਵਾਲੀ, ਪਰ ਇਹ ਫੇਰ ਵਾਰ-ਵਾਰ ਮੁੜ ਕੇ ਉਹੀ ਸੁਣਾਉਂਦਾ, ਉਹੀ ਗੱਲ ਛੇੜਦਾ। ਕਹਿੰਦਾ ਮਹਾਰਾਜ ਜੇ ਮੈਂ ਹੁੰਦਾ ਤਾਂ ਸਾਹਿਬਜ਼ਾਦੇ ਸ਼ਹੀਦ ਨਹੀਂ ਸੀ ਹੋਣੇ। ਆਪਣੋ ਆਪਾ ਕਰੇ ਜਨਾਵਨ। ਗੱਲ ਕੀ ਵੀ ਆਪਣਾ ਆਪ ਜਣਾਉਂਦਾ ਏ ਵੀ ਮਹਾਰਾਜ ਮੈਂ ਵੀ ਜੇ ਮੈਂ ਹੁੰਦਾ ਫੇਰ ਨਹੀਂ ਸੀ ਤੁਹਾਡਾ ਮਹਾਰਾਜ ਮੈਂ ਕੁਝ ਹੋਣ ਦੇਣਾ। ਲਰੇ ਮਰੇ ਬਿਨ ਵੱਡਤਾ ਪਾਵਨ। ਕਹਿੰਦੇ ਵੀ ਇਹ ਚਾਹੁੰਦਾ ਏ ਵੀ ਨਾ ਮੈਨੂੰ ਲੜਨਾ ਪਵੇ ਨਾ ਮਰਨਾ ਪਵੇ ਤੇ ਮੈਂ ਵਡਿਆਈ ਪਾਲਾਂ ਵੀ ਮਹਾਰਾਜ ਆਖਣ ਵੀ ਡੱਲਾ ਬੜਾ ਜਵਾਨ ਹੈ, ਵੀ ਬਿਨਾ ਲੜੇ ਤੋਂ ਤੇ ਬਿਨਾ ਮਰੇ ਤੋਂ ਹੀ ਡੱਲਾ ਵਡਿਆਈ ਪਾਉਣਾ ਚਾਹੁੰਦਾ, ਬਿਨਾ ਲੜੇ ਸ਼ਹੀਦ ਹੋਣਾ ਚਾਹੁੰਦਾ ਏ। ਸਭਾ ਹਜ਼ਾਰੋਂ ਸੁਬਟਣ ਕੇਰੀ। ਹਜ਼ਾਰਾਂ ਸੂਰਮਿਆਂ ਦੀ ਸਭਾ ਲੱਗੀ ਸੀ, ਕੁਝ ਇਹਦੇ ਬੈਠੇ ਆ, ਕੁਝ ਮਹਾਰਾਜ ਦੇ ਸਿੱਖ ਸੇਵਕ ਬੈਠੇ ਨੇ। ਬੈਠੇ ਸਨਦ ਬੱਧ ਤਿਸ ਬੇਰੀ। ਤਿਆਰ ਪਰ ਤਿਆਰ ਉਸ ਸਮੇਂ ਬੈਠੇ ਸਨ। ਮਹਾਰਾਜ ਕਲਗੀਧਰ ਸਾਹਿਬ ਜੀ ਚੋਪੀ ਹੋ ਗਏ, ਭਾਵੇਂ ਵਾਰ-ਵਾਰ ਕਹਿੰਦਾ ਮਹਾਰਾਜ ਮੈਨੂੰ ਕਿਉਂ ਨਾ ਸੱਦਿਆ। ਲਵਪੁਰ ਕੇ ਘਾਰੀ ਗਰ ਆਏ। ਇਹਨੇ ਨੂੰ ਇੱਥੇ ਬੈਠੇ ਸਨ ਵੀ ਕੌਤਕ ਹੋਇਆ ਵੀ ਲਾਹੌਰ ਤੋਂ ਕਾਰੀਗਰ ਆ ਗਏ ਮਹਾਲਸਾ ਵਾਲੇ ਸਥਾਨ ਤੇ। ਅਨੰਦਪੁਰ ਸਾਹਿਬ ਵੀ ਆਉਂਦੇ ਹੁੰਦੇ ਸੀ ਸ਼ਸਤਰ ਬਣਾ ਕੇ ਬੰਦੂਕਾਂ ਲੈ ਕੇ, ਤੇ ਇੱਥੇ ਮਹਾਰਾਜ ਜੀ ਜਿੱਥੇ ਸਭਾ ਲੱਗੀ ਹੈ ਲਾਹੌਰ ਦੇ ਕਾਰੀਗਰ ਪਹੁੰਚ ਗਏ। ਬਹੁਮੋਲੀ ਪਰ ਤੁਪਕਨ ਲਿਆਏ। ਚੰਗੇ ਸ਼ਸਤਰ ਲਿਆਏ ਜਿੱਥੇ ਤੇ ਉੱਥੇ ਬਹੁਤ ਕੀਮਤੀ ਬੰਦੂਕਾਂ ਬਣਾ ਕੇ ਮਹਾਰਾਜ ਸਾਹਿਬ ਦੀ ਭੇਟਾ ਕਰਨ ਲਈ ਲੈ ਕੇ ਆਏ। ਆਨ ਹਜ਼ੂਰ ਪ੍ਰਭੂ ਕੇ ਧਰੀ। ਕਾਰੀਗਰ ਜਿਹੜੇ ਸਨ ਕੋਈ ਸ਼ਸਤਰ ਬਣਾ ਕੇ ਤੇ ਮਹਾਰਾਜ ਨੂੰ ਵੇਚ ਜਾਂਦੇ ਹੁੰਦੇ ਸਨ, ਤੇ ਸਤਿਗੁਰੂ ਮਾਇਆ ਬੜੀ ਖੁੱਲੀ ਦਿੰਦੇ ਸੀ ਸ਼ਸਤਰਾਂ ਦੀ।
ਤੇ ਲੈ ਕੇ ਆਏ ਤੇ ਸਤਿਗੁਰਾਂ ਦੇ ਅੱਗੇ ਜਦੋਂ ਇਹਨਾਂ ਨੇ ਬੰਦੂਕਾਂ ਰੱਖੀਆਂ, ਕਰ ਪੰਕਜ ਮੈਂ ਗਹਿਬੇ ਕਰੀ। ਉਹਨਾਂ ਵਿੱਚੋਂ ਇੱਕ ਬੰਦੂਕ ਕਲਗੀਧਰ ਮਹਾਰਾਜ ਨੇ ਆਪਣੇ ਕਰ ਕਮਲ ਦੇ ਵਿੱਚ ਪਕੜ ਲਈ, ਚੁੱਕ ਲਈ। ਤਾਂ ਅੰਤਰ ਵਹਿਰ ਹੀਰ ਬਿਦ ਨਾਨਾ। ਉਹਦੀ ਜਿਹੜੀ ਨਾਲੀ ਸੀ ਦੁਨਾਲੀ, ਉਹਦੇ ਵਿੱਚ ਨੂੰ ਵੀ ਮਹਾਰਾਜ ਸਾਹਿਬ ਨੇ ਨਿਗਾਹ ਮਾਰੀ ਤੇ ਬਾਹਰੋਂ ਵੀ ਚੰਗੀ ਤਰ੍ਹਾਂ ਵੇਖਿਆ ਵੀ ਕਿੱਦਾਂ ਦੀ ਬੰਦੂਕ ਬਣੀ ਹੈ। ਦਸਤਰ ਵਾਂ ਕਰ ਤਾਕ ਨਿਸ਼ਾਨਾ। ਤੇ ਫਿਰ ਮਹਾਰਾਜ ਨੇ ਦਸਤਰਵਾ ਕੀਤੀ। ਦਸਤਰਵਾ ਹੁੰਦਾ ਹੈ ਵੀ ਜਿਵੇਂ ਇੱਕ ਅੱਖ ਮੀਟ ਕੇ ਤੇ ਨਿਸ਼ਾਨਾ ਲਾਉਣ ਲਈ ਸਿੱਧੀ ਕਰੀਦੀ ਹੈ ਨਾ, ਬਾਹ ਵੀ ਸਿੱਧੀ ਕਰੀਦੀ ਹੈ ਤੇ ਰਫਲ ਵੀ ਸਿੱਧੀ ਕਰੀਦੀ ਹੈ। ਕਲਗੀਧਰ ਮਹਾਰਾਜ ਨੇ ਦਸਤਰਵਾ ਕੀਤੀ, ਜਿਵੇਂ ਨਿਸ਼ਾਨਾ ਲਾਈਦਾ ਨਾ, ਏਦਾਂ ਬੰਦੂਕ ਵੇਖ ਰਹੇ ਨੇ। ਸਭਾ ਬਿਖੈ ਡੱਲੇ ਕਹੋ ਪਰਖਨ। ਮਹਾਰਾਜ ਸਾਹਿਬ ਨੇ ਵਿਚਾਰਿਆ ਵੀ ਇਹਦਾ ਹੰਕਾਰ ਹੁਣੇ ਖਤਮ ਜਿਹਾ ਕਰ ਦਈਏ, ਵੀ ਡੱਲੇ ਦਾ ਵੀ ਭਲਾ ਹੋਵੇ, ਸਾਡਾ ਸਿੱਖ ਹੈ। ਤੇ ਹੁਣ ਮੌਕਾ ਬਣਿਆ ਸਾਰੀ ਸਭਾ ਦੇ ਵਿੱਚ, ਭਾਈ ਡੱਲਾ ਜਿਹੜਾ ਸੇਖੀਆਂ ਮਾਰਦਾ ਸੀ, ਮਹਾਰਾਜ ਮੈਨੂੰ ਹੁਕਮਨਾਮਾ ਲਿਖ ਭੇਜ ਦੇ। ਹੁਣ ਮੌਕਾ ਬਣ ਗਿਆ ਤੇ ਸਾਹਿਬ ਕਹਿੰਦੇ ਵੀ ਚਲੋ ਵਿਚਾਰਿਆ ਵੀ ਇਹਦੀ ਪਰਖ ਕਰੀਏ। ਸਭਨ ਸੁਨਾਏ ਕਹਿਓ ਰਿਪ ਧਰਖਨ। ਜਿਸ ਕਲਗੀਧਰ ਮਹਾਰਾਜ ਸਾਹਿਬ ਜੀ ਦੇ ਨਾਮ ਦੇ ਨਾਲ ਹੀ ਵੈਰੀ ਡਰਦੇ ਨੇ, ਜਿਹੜੇ ਵੈਰੀਆਂ ਨੂੰ ਦਬਾਉਣ ਵਾਲੇ ਨੇ। ਸਾਰੀ ਸਭਾ ਨੂੰ ਸੁਣਾਉਂਦਿਆਂ ਹੋਇਆ ਸਭ ਨੂੰ ਬੋਲ ਕੇ ਕਹਿਣ ਲੱਗੇ, ਭਉ ਡੱਲਾ ਦੀ ਜੈ ਨਰ ਦੋਏ। ਮਹਾਰਾਜ ਕਹਿੰਦੇ ਭਾਈ ਡੱਲਿਆ ਤੂੰ ਬੜਾ ਹੀ ਕਹਿੰਦੇ ਜਵਾਨ ਹੈ। ਕਹਿੰਦਾ ਹਾਂ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ। ਕਹਿੰਦੇ ਫਿਰ ਵਾਕਿਆ ਹੀ ਜੇ ਤੈਨੂੰ ਚਿੱਠੀ ਲੈ ਕੇ ਭੇਜ ਦੇ, ਤੂੰ ਪਹੁੰਚ ਜਾਣਾ ਸੀ। ਕਹਿੰਦਾ ਮਹਾਰਾਜ ਤੁਸੀਂ ਭੇਜ ਦੇ ਤਾਂ ਸਹੀ, ਮੈਂ ਅਨੰਦਪੁਰ ਆ ਜਾਣਾ ਸੀ। ਸਾਹਿਬ ਕਹਿੰਦੇ ਐਵੇਂ ਕਰਦੇ ਆ ਵੀ ਉਹ ਸਮਾਂ ਦੇ ਡੱਲਿਆ ਹੁਣ ਲੰਘ ਗਿਆ ਏ, ਏਦਾਂ ਕਰ ਵੀ ਹੁਣ ਤੇਰੀ ਲੋੜ ਪਈ ਹੈ ਇੱਕ। ਹਾਂਜੀ ਪੜ੍ਹੇ ਹੋ। ਭਉ ਡੱਲਾ ਦੀ ਜੈ ਨਰ ਦੋਏ। ਕਹਿੰਦੇ ਡੱਲਿਆ ਤੇਰੇ ਬੜੇ ਤਗੜੇ ਤਗੜੇ ਕਹਿੰਦੇ ਜਵਾਨ ਹੈ। ਕਹਿੰਦਾ ਮਹਾਰਾਜ ਹਾਂ। ਸਾਹਿਬ ਕਹਿੰਦੇ ਫਿਰ ਏਦਾਂ ਕਰ ਵੀ ਉਹਨਾਂ ਜੋ ਦੋ ਬੰਦੇ ਦਾ ਆਵਾਜ਼ ਮਾਰੋ ਸਾਡੇ ਕੋਲ ਲੈ ਕੇ ਆ। ਹਥੇ ਤੋ ਰੰਗ ਪਰਖ ਪੁਨ ਹੋਏ। ਮਹਾਰਾਜ ਕੀ ਕਰਨੇ ਆ? ਸਾਹਿਬ ਕਹਿੰਦੇ ਵੀ ਆ ਬੰਦੂਕ ਲੈ ਕੇ ਆਏ ਆ ਕਾਰੀਗਰ, ਤੇ ਦੋ ਬੰਦੇ ਲਿਆ ਆਪਣੇ ਇੱਥੇ ਖਿਲਾਰ ਕੇ, ਉਹਨਾਂ ਦੇ ਗੋਲੀ ਮਾਰ ਕੇ ਵੇਖੀਏ ਵੀ ਬੰਦੂਕ ਚੰਗੀ ਚੱਲਦੀ ਹੈ ਜਾਂ ਨਹੀਂ ਚੱਲਦੀ। ਕਿਤਕ ਤੋੜ ਕਰ ਘਾਵਨ ਘਲੇ। ਸਾਹਿਬ ਕਹਿੰਦੇ ਭਾਈ ਡੱਲਿਆ ਇਹ ਵੇਖੀਏ ਵੀ ਕਿੰਨੀ ਕੁ ਦੂਰ ਤੀਕਰ ਇਹ ਬੰਦੂਕ ਦੀ ਗੋਲੀ ਦੀ ਮਾਰ ਹੈ, ਤੇ ਕਿੱਥੋਂ ਕੁ ਤੀਕਰ ਜਾ ਕੇ ਬੰਦੇ ਦੇ ਫੱਟ ਮਾਰਦੀ ਆ, ਕਿੱਥੋਂ ਕੁ ਤੀਕਰ ਬੰਦੇ ਨੂੰ ਮਾਰਦੀ ਏ, ਆਪਾਂ ਵੇਖਣਾ ਏ। ਮਾਰੇ ਕਿ ਨਹੀਂ ਸੁਬਟ ਤਤਕਾਲ ਇਹ ਪਤਾ ਲੱਗ ਜੂਗਾ। ਦੋ ਸੂਰਮੇ ਲਿਆ ਆਪਣੇ ਵੀ ਇਹ ਜਿਹੜੇ ਕਾਰੀਗਰ ਕਹਿੰਦੇ ਬੰਦੂਕ ਬੜੀ ਵਧੀਆ ਏ, ਵੀ ਵੇਖੀਏ ਵੀ ਇਹ ਜਵਾਨਾਂ ਨੂੰ ਮਾਰਦੀ ਵੀ ਹੈ ਜਾਂ ਨਹੀਂ ਮਾਰਦੀ। ਸੁਨ ਗੁਰ ਬਾਕ ਸਕਲ ਬਿਸਮਾਏ। ਕਲਗੀਧਰ ਮਹਾਰਾਜ ਸਾਹਿਬ ਦਾ ਏਦਾਂ ਵਚਨ ਹੋਇਆ ਵੀ ਦੋ ਆਪਣੇ ਸਿਪਾਹੀ ਲਿਆ ਜਵਾਨ, ਵੀ ਗੋਲੀ ਮਾਰ ਕੇ ਤੇ ਬੰਦੂਕ ਪਰਖਣੀ ਹੈ। ਤਾਂ ਸਤਿਗੁਰਾਂ ਦਾ ਵਚਨ ਸੁਣ ਕੇ ਇੱਕਦਮ ਸਾਰੇ ਹੀ ਹੈਰਾਨ ਹੋ ਗਏ, ਜਿਨ੍ਹਾਂ ਨੂੰ ਮਹਾਰਾਜ ਦੀਆਂ ਖੇਡਾਂ ਦਾ ਨਹੀਂ ਪਤਾ। ਇਹ ਕਿਆ ਕਹਿਓ ਨਰਨ ਕੋ ਕਾਏ। ਫੇਰ ਕੀ ਜਿਹੜੇ ਡੱਲੇ ਦੇ ਬੰਦੇ ਮਗਰ ਬੈਠੇ ਸੀ ਉਹ ਘੁਸਰ ਮੁਸਰ ਕਰਨ ਲੱਗ ਪਏ, ਕਹਿਣ ਲੱਗੇ ਆ ਕਿਹੋ ਜਿਹੇ ਗੁਰੂ ਆ। ਗੁਰੂ ਕਲਗੀਧਰ ਕੀ ਕਹੀ ਜਾਂਦੇ ਆ? ਕਹਿੰਦੇ ਬੰਦੂਕ ਚਲਾ ਕੇ ਬੰਦੇ ਮਾਰ ਕੇ ਪਰਖਣੀ ਹੈ ਵੀ ਚੱਲਦੀ ਵੀ ਹੈ ਕਿ ਨਹੀਂ। ਜੇ ਡੱਲੇ ਸੰਗ ਭਰਾਤ ਬਟੋਰੇ। ਜਿਹੜੇ ਡੱਲੇ ਨੇ ਆਪਣੇ ਨਾਲ ਆਪਣੀ ਜਾਤ ਬਰਾਦਰੀ ਦੇ ਭਰਾ ਇਕੱਠੇ ਕੀਤੇ ਸਨ। ਚੱਲਿਓ ਚਹਿਤ ਨਿਜ ਧਾਮਨ ਓਰੇ। ਬਸ ਫੇਰ ਡਰਨ ਲੱਗ ਪਏ ਵੀ ਮਹਾਰਾਜ ਨੇ ਡੱਲੇ ਨੂੰ ਕਿਹਾ ਏ ਤੇ ਡੱਲਾ ਸਾਡੇ ਜੋ ਕਿਸੇ ਨੂੰ ਆਵਾਜ਼ ਮਾਰ ਕੇ ਨਾ ਆਖੇ ਵੀ ਆਓ ਅੱਗੇ। ਕਹਿੰਦੇ ਲੈ ਏਦਾਂ ਥੋੜਾ ਹੁੰਦਾ ਜੇ ਬੰਦੂਕ ਹੀ ਪਰਖਣੀ ਹੈ, ਕੋਈ ਸ਼ਿਕਾਰ ਖੇਡ ਲੈਣ, ਕੋਈ ਬੱਕਰਾ, ਕੋਈ ਸੱਸਿਆ, ਕੋਈ ਹੋਰ ਜਾਨਵਰ ਮਾਰ ਕੇ ਵੇਖ ਲੈਣ। ਤੇ ਮਹਾਰਾਜ ਸਾਹਿਬ ਕਹਿੰਦੇ ਆ ਵੀ ਬੰਦੇ ਮਾਰ ਕੇ ਬੰਦੂਕ ਪਰਖਣੀ ਆ। ਇਹ ਗੱਲ ਸੁਣ ਕੇ ਡੱਲੇ ਦੇ ਮਗਰ ਦੇ ਜਿਹੜੇ ਬੈਠੇ ਸਨ ਉਹਨਾਂ ਦੇ ਧੀਰਜ ਹਾਰ ਦਿੱਤੀ, ਤੇ ਸਾਰੇ ਦਿਲ ਵਿੱਚ ਆਉਂਦੇ ਆ ਕਿ ਜਿਵੇਂ ਕਿਵੇਂ ਇੱਥੋਂ ਖਿਸਕ ਕੇ ਘਰੇ ਭੱਜ ਜਾਈਏ। ਭਏ ਭੀਰ ਧੀਰਜ ਤਜਬੀਰ। ਮਹਾਰਾਜ ਦਾ ਬਚਨ ਸੁਣਦਿਆਂ ਸਾਰੀ ਕਾਇਰ ਹੋ ਗਏ, ਧੀਰਜ ਛੱਡ ਦਿੱਤੀ। ਜਿਹੜੇ ਡੱਲੇ ਦੇ ਬੜੇ ਤਗੜੇ ਜਵਾਨ ਸਨ, ਬੈਠਿਓ ਜਾਏ ਨਹੀਂ ਗੁਰ ਤੀਰ। ਇਹ ਹਾਲਤ ਬਣੀ ਹੈ ਵੀ ਗੁਰੂ ਕਲਗੀਧਰ ਮਹਾਰਾਜ ਦੇ ਨੇੜੇ ਨਹੀਂ ਇਹਨਾਂ ਕੋ ਬੈਠਿਆ ਜਾ ਰਿਹਾ ਵੀ ਕਿਤੇ ਮੇਰੇ ਵਾਲੀ ਇਸ਼ਾਰਾ ਨਾ ਕਰਦੇ ਡੱਲਾ ਵੀ ਤੂੰ ਹੀ ਅੱਗੇ ਆ। ਸੁਨਤ ਹੋ ਤੇਜਮ ਗੁਰ ਕੀ ਚੱਲ। ਆਏ ਹੋਰ ਹੀ ਮਨਮੁਖਾਂ ਦੀਆਂ ਵਾਲੀਆਂ ਗੱਲਾਂ ਕਰਨ ਲੱਗ ਪਏ। ਕਈ ਲੋਕ ਹੁੰਦੇ ਨੇ ਸ਼ਰਧਾ ਵਾਲੇ ਤੇ ਕਈ ਕਿੰਤੂ ਪਰੰਤੂ ਕਰਨ ਵਾਲੇ ਵੀ ਤੇ ਹੁੰਦੇ ਨੇ, ਅੱਜ ਵੀ ਹੈਗੇ ਨੇ। ਉਹ ਕੁਝ ਬੰਦੇ ਜਿਹੜੇ ਸਨ ਡੱਲੇ ਦੇ ਮਗਰ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਕਰਦੇ, ਕਹਿਣ ਲੱਗੇ ਦਿਨ ਪ੍ਰਤ ਸ਼ਰਦਾਈ ਛਕੇ ਵਿਸਾਲਾ। ਸੁਣ ਤੋ ਤੇਜਮ ਗੁਰ ਕੀ ਚਾਲਾ। ਕਹਿੰਦੇ ਵੀ ਅਸੀਂ ਸੁਣਦੇ ਹੁੰਦੇ ਸਾਂ ਗੁਰੂ ਸਾਹਿਬ ਦੀਆਂ ਗੱਲਾਂ ਬਾਤਾਂ, ਦਿਨ ਭਲਾ ਸੁਖਾ ਛਕੇ ਵਿਸਾਲਾ।
ਮੰਦੀ ਮੱਤ ਵਾਲੇ ਕਹਿਣ ਲੱਗੇ, ਸਾਨੂੰ ਕਿਸੇ ਨੇ ਪਹਿਲਾਂ ਦੱਸਿਆ ਸੀ, ਕਹਿੰਦੇ ਮਹਾਰਾਜ ਸੁੱਖਾ ਰਗੜ ਕੇ ਪੀ ਜਾਂਦੇ ਆ। ਕਦੇ ਕਹਿੰਦੇ ਆ ਵੀ ਉੱਥੇ ਚੰਡੀ ਪ੍ਰਗਟ ਕੀਤੀ ਤੇ ਮਹਾਰਾਜ ਤੇ ਚੰਡੀ ਪੁੱਠੀ ਪੈ ਗਈ, ਇਸ ਕਰਕੇ ਇਦਾਂ ਦੇ ਕੌਤਕ ਕਰਦੇ ਆ, ਇਦਾਂ ਦੀਆਂ ਗੱਲਾਂ ਕਰਦੇ ਆ। ਮੱਤ ਮਾਰੀ ਗਈ। ਇੰਨੇ ਮਹਾਰਾਜ ਸਾਹਿਬ ਦੇ ਕੁਤਰਕੀ ਹੋ ਗਏ, ਆਪਣੇ ਉਹ ਲਫ਼ਜ਼ ਵੀ ਕਹੇ ਜਿਹੜੇ ਮਹਾਰਾਜ ਜੀ ਨਹੀਂ ਵਰਤਣੇ ਚਾਹੀਦੇ। ਕਹਿੰਦੇ ਮਹਾਰਾਜ ਸਾਹਿਬ ਕਹਿੰਦੇ ਬੌਰੇ ਹੋ ਗਏ ਆ। ਸੁਣਿਆ ਸੀ ਵੀ ਇਹਨਾਂ ਦੇ ਚੰਡੀ ਪੁੱਠੀ ਪੈ ਗਈ ਆ, ਇਹਦੇ ਸੁਣਿਆ ਸੀ ਵੀ ਇਹ ਸੁੱਖਾ ਪੀਂਦੇ ਆ, ਇਦਾਂ ਦੀਆਂ ਗੱਲਾਂ ਤਾਂ ਕਰਦੇ ਆ। ਇਹ ਅਣਹੋਈਆਂ ਬਾਤਾਂ ਕਰਨ ਲੱਗ ਪਏ। ਮਨ ਭਾਵਦ ਬੋਲੇ ਮੁਖ ਆਈ। ਕਹਿੰਦੇ ਜੋ ਇਹਨਾਂ ਦੇ ਮਾਰੇ ਆਉਂਦਾ ਵੀ ਉਹੀ ਕਹਿ ਦਿੰਦੇ। ਇਹ ਵੀ ਕੋਈ ਗੱਲ ਹੁੰਦੀ ਹੈ ਵੀ ਬੰਦੂਕ ਪਰਖਣੀ ਹੈ ਤੇ ਕਹਿੰਦੇ ਬੰਦਾ ਮਾਰ ਕੇ ਫੇਰ ਪਰਖਣੀ ਹੈ। ਅਹ ਸਿਰ ਕਹਿ ਬੇਮੁਖ ਬਣਾਈ। ਇਹ ਤਾਂ ਬੇਮੁਖ ਜੇ ਹੋ ਕੇ ਕਹਿੰਦੇ ਗੁਰੂ ਬੜਾ ਹਠੀਆ ਏ, ਤੇ ਜਿਹੜੀ ਜਿੱਦ ਗੁਰੂ ਕਲਗੀਧਰ ਕਰ ਲੈਂਦੇ ਪੂਰੀ ਕਰੀ ਤੋਂ ਬਿਨਾ ਹਟਦੇ ਨਹੀਂ। ਤੁਪਕ ਪਰਖ ਬੇ ਨਰ ਹੱਥ ਚਾਹੇ। ਕਹਿੰਦੇ ਵੀ ਬੰਦਾ ਮਾਰ ਕੇ ਤੇ ਬੰਦੂਕ ਪਰਖਣਾ ਚਾਹੁੰਦੇ ਆ ਵੀ ਬੰਦੂਕ ਚੱਲਦੀ ਹੈ ਜਾਂ ਨਹੀਂ ਚੱਲਦੀ। ਕਹੋ ਕੌਣ ਕਿਮ ਇਨ ਟਿਕ ਰਹਿ। ਕਹਿੰਦੇ ਦੱਸੋ ਵੀ ਇਹੋ ਜਿਹੇ ਗੁਰੂ ਕਲਗੀਧਰ ਜਿਹੜੇ ਗੋਲੀਆਂ ਚਲਾ ਕੇ ਬੰਦੂਕਾਂ ਬੰਦੇ ਦੇ ਉੱਤੇ ਪਰਖਣੀਆਂ ਚਾਹੁੰਦੇ, ਇਹਨਾਂ ਕੋਲ ਕਿਹੜਾ ਰਹੂਗਾ? ਇਹਨਾਂ ਕੋਲ ਤੇ ਰਹਿਣਾ ਕਹਿੰਦੇ ਔਖਾ ਹੀ ਹੈ। ਤਬ ਡੱਲੇ ਕੀ ਆਂਖ ਬਚਾਏ। ਇਹਨੇ ਜਿਹੜੇ ਮਗਰ ਬੈਠੇ ਸੀ, ਕਿਉਂਕਿ ਡੱਲਾ ਗਾੜੀ ਬੈਠਾ ਸੀ ਆਕੜ ਕੇ, ਉਹ ਸ਼ਹੀਦ ਬਣਨਾ ਚਾਹੁੰਦਾ ਸੀ ਗੱਲੀ ਬਾਤੀ, ਤੇ ਇਹਦੇ ਜਿਹੜੇ ਮਗਰ ਬੈਠੇ ਸਨ ਉਹ ਅੱਖਾਂ ਜੀਆਂ ਬਚਾ ਕੇ ਡੱਲੇ ਤੋਂ ਆਦੇ ਰਾਹ ਗਏ ਸਿਧਾਏ। ਦੋ ਕਰਦਿਆਂ ਕਹਿੰਦੇ ਅੱਧੇ ਕ ਜਿਹੜੇ ਆਏ ਸੀ ਨਾ ਉਹ ਤਾਂ ਪਛਾਣ ਨੂੰ ਭੱਜ ਗਏ ਸਾਰੇ ਪਿੰਡ ਵੱਲ। ਨਹਿ ਕਹਿ ਦੇਹ ਅਗਰ ਤੂੰ ਆਏ। ਨਹਿ ਕਹਿੰਦੇ ਅਗਰ ਤੂੰ ਆਏ। ਸਾਰੇ ਇਹ ਸੋਚਦੇ ਆ ਵੀ ਕਿਤੇ ਡੱਲਾ ਚੌਧਰੀ ਮੈਨੂੰ ਹੀ ਆਵਾਜ਼ ਮਾਰ ਕੇ ਨਾ ਆਖੇ ਵੀ ਤੂੰ ਹੀ ਆ ਜਾ, ਵੀ ਤੇਰੇ ਤੇ ਗੋਲੀ ਮਾਰ ਕੇ ਵੇਖ ਲਈਏ। ਖਰੋ ਹੋਏ ਗੁਲਕਾਂ ਤਨ ਖਾਏ। ਡੱਲਾ ਕਿਤੇ ਮੈਨੂੰ ਹੀ ਨਾ ਆਖੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਹੋ ਕੇ ਤੂੰ ਗੋਲੀ ਖਾ ਕੇ ਵੇਖ। ਅਸ ਪੈ ਧਰ ਧਰ ਘਰੋਂ ਸਦਾਰੇ। ਗੱਲਾਂ ਕਹਿ ਕਹਿ ਕੇ ਕਹਿੰਦੇ ਸਾਰੇ ਘਰ ਨੂੰ ਜਾਣ ਲੱਗ ਪਏ। ਅਰਦਰ ਹੇਸੂ ਪੀ ਡਰ ਧਾਰੇ। ਚਲੇ ਗਏ। ਮਹਾਰਾਜ ਤਾਂ ਨਹੀਂ ਕੁਝ ਕਹਿ ਰਹੇ ਕਿਉਂਕਿ ਸਤਿਗੁਰੂ ਦੀ ਖੇਡ ਹੈ। ਅੱਧੇ ਕਿ ਜਿਹੜੇ ਭਾਈ ਡੱਲੇ ਦੇ ਮਗਰ ਬੈਠੇ ਆ ਉਹ ਵੀ ਡਰੀ ਜਾ ਰਹੇ ਨੇ, ਕੰਬੀ ਜਾ ਰਹੇ ਹਨ। ਸੁਨ ਡੱਲਾ ਬਿਸਮਿਓ ਤਰ ਮੌਨ। ਡੱਲਾ ਜਿਹੜਾ ਬੜੀਆਂ ਸੇਖੀਆਂ ਮਾਰਿਆ ਸੀ, ਮਹਾਰਾਜ ਮੈਨੂੰ ਸੱਦ ਦਿਓ, ਮੈਂ ਕਰਦਾ ਉਹ ਕਰਦਾ। ਮਹਾਰਾਜ ਦੇ ਇੱਕ ਵਚਨ ਨੂੰ ਸੁਣ ਕੇ ਮੋਹਣ ਧਾਰ ਕੇ ਕਹਿੰਦੇ ਬੈਠਾ ਨੀਵੀਂ ਪਾ ਕੇ। ਕਹਿਤੋਂ ਕਹਿਤ ਹੋ ਤੋ ਬਹੁ ਬਾਤੀ। ਬੈਠਾ ਆ ਮਹਾਰਾਜ ਸਾਹਿਬ ਜੀ ਦੇ ਲਾਗੇ ਬੜੀਆਂ ਸੇਖੀਆਂ ਮਾਰਦਾ ਗੱਲਾਂ ਕਰ ਰਿਹਾ ਸੀ। ਕਹਿ ਤੂਸ਼ਨ ਭਾ ਨਿਜ ਮਤ ਹਾਤੇ। ਬਿਲਕੁਲ ਕਹਿੰਦੇ ਨੀਵੀਂ ਜੀ ਪਾਲੀ ਆ, ਨਾ ਮੂੰਹੋਂ ਬੋਲਦਾ ਹੈ ਨਾ ਸਿਰ ਤਾਂ ਨੂੰ ਚੁੱਕਦਾ ਹੈ। ਸੁਣ ਡੱਲਾ ਬਿਸਮਿਓ ਧਰਮੌਨ ਬੈਠਿਓ ਨੀਵ ਗਰੀਬ ਮੁਖ ਆਉਣ। ਕਹਿੰਦੇ ਧਰਤੀ ਵੱਲ ਨੂੰ ਮੂੰਹ ਕੀਤਾ ਹੈ, ਨੀਵੀਂ ਪਾਈ ਆ। ਜਿਹੜਾ ਪਹਿਲਾਂ ਬੜਾ ਕੁਝ ਕਹਿੰਦਾ ਸੀ, ਮਹਾਰਾਜ ਚਿੱਠੀ ਲਿਖੀ ਹੁੰਦੀ ਨਾ ਕਦੇ ਤੇ ਆਨੰਦਪੁਰੋਂ ਤੁਹਾਨੂੰ ਸੁੱਖਾਂ ਨਾਲ ਲੈ ਆਉਣਾ ਸੀ, ਸਾਹਿਬਜ਼ਾਦੇ ਨਹੀਂ ਸੀ ਸ਼ਹੀਦ ਹੋਣ ਦੇਣੇ। ਕਹਿੰਦੇ ਉਹਦੀ ਮੱਤ ਮਾਰੀ ਗਈ ਤੇ ਹੁਣ ਚੁੱਪ ਹੋ ਗਿਆ। ਸ਼੍ਰੀ ਪ੍ਰਭ ਤੁਬਕ ਹੱਥ ਤਰ ਰਹੇ। ਕਲਗੀਧਰ ਮਹਾਰਾਜ ਨੇ ਆਪਣੇ ਹੱਥ ਦੇ ਵਿੱਚ ਬੰਦੂਕ ਫੜੀ ਹੋਈ ਆ। ਕਬਹੋਂ ਪਲੀਤਾ ਖੋਲ ਤਲਹੇ। ਮਹਾਰਾਜ ਸਾਹਿਬ ਹੋਰ ਡਰਾ ਰਹੇ ਨੇ, ਇਹਨੂੰ ਚੰਗੀ ਤਰ੍ਹਾਂ ਪਰਖ ਰਹੇ ਆ। ਕਦੀ ਤਾਂ ਉਹਦਾ ਜਿਹੜਾ ਪਲੀਤਾ ਹੁੰਦਾ ਹੈ ਜਿਹਨੂੰ ਅੱਗ ਲਾ ਕੇ ਗੋਲੀ ਚਲਾਈ ਦੀ ਉਹਨੂੰ ਖੋਲਦੇ ਹਨ। ਗਜ ਨਿਕਾਲ ਢਾਲਤ ਵਿੱਚ ਕਬੇ। ਅਗਲੇ ਪਾਸੇ ਜਿਹੜੀਆਂ ਪੁਰਾਣੀਆਂ ਬੰਦੂਕਾਂ ਹੁੰਦੀਆਂ ਸੀ ਉਹਨਾਂ ਦੇ ਇੱਕ ਗੱਜ ਠੋਕਦੇ ਹੁੰਦੇ ਸੀ ਜਿਹਦੇ ਨਾਲ ਬਰੂਦ ਠੋਕਣਾ। ਤੇ ਕਦੀ ਮਹਾਰਾਜ ਗੱਜ ਨੂੰ ਕੱਢ ਕੇ ਤੇ ਫਿਰ ਵਿੱਚ ਪਾ ਕੇ ਵੇਖਦੇ ਹਨ। ਕੋਠੀ ਕਿਤਕ ਬਨੀ ਲਖ ਤਬ। ਕਦੀ ਮਹਾਰਾਜ ਬੰਦੂਕ ਦੀ ਜਿਹੜੀ ਪਿਛਲੇ ਪਾਸੇ ਕੋਠੀ ਹੁੰਦੀ ਆ ਤੋੜੇਦਾਰ ਬੰਦੂਕਾਂ ਚ, ਉਹ ਥਾਂ ਜਿਹਦੇ ਵਿੱਚ ਬਰੂਦ ਭਰਿਆ ਜਾਂਦਾ ਸੀ ਉਹਨੂੰ ਕੋਠੀ ਕਹਿ ਦਿੰਦੇ ਹੁੰਦੇ ਸਨ। ਤੇ ਕਦੀ ਮਹਾਰਾਜ ਵੇਖਦੇ ਆ ਵੀ ਇਹਦੀ ਕੋਠੀ ਕਿੰਨੀ ਕੁ ਵੱਡੀ ਆ, ਵੀ ਇਹਦੇ ਵਿੱਚ ਕਿੰਨਾ ਕੁ ਬਰੂਦ ਪੈ ਸਕਦਾ। ਇਮ ਦੇਖਤ ਭੇ ਕੇਤਕ ਸਮੈ। ਦੇਖਦੇ ਆ ਜਦੋਂ ਕੁਝ ਕੁ ਸਮਾਂ ਹੋ ਗਿਆ। ਟਿਕ ਬੈਠੇ ਸਭ ਕੇ ਮੁਖ ਨਿਮੇ। ਜਿਹੜੇ ਨੇੜੇ ਬੈਠੇ ਸੀ ਉਹਨਾਂ ਨੇ ਸਾਰਿਆਂ ਨੀਵੀਆਂ ਪਾਈਆਂ। ਕਦੇ ਮਹਾਰਾਜ ਮੈਨੂੰ ਨਾ ਕਹਿਣ ਇੱਥੇ ਉੱਠ ਕੇ ਖਲੋ ਜਾ। ਉਹਨ ਬੋਲੇ ਡੱਲੇ ਨਰ ਦੋਏ। ਮਹਾਰਾਜ ਸਾਹਿਬ ਨੂੰ 3 ਵਾਰ ਕਿਹਾ ਸੀ ਨਾ ਇਹਨੇ, ਮਹਾਰਾਜ ਤਾਂ ਕਹਿੰਦੇ ਸੀ ਕੋਈ ਨਾ। 3 ਵਾਰ ਕਿਹਾ ਸੀ ਮਹਾਰਾਜ ਮੈਨੂੰ ਸੱਦ ਦੇ। ਹੁਣ ਸਤਿਗੁਰਾਂ ਦੀ ਵਾਰੀ ਆ ਗਈ। ਫਿਰ ਕੁਝ ਸਮੇਂ ਬਾਅਦ ਮਹਾਰਾਜ ਕਹਿੰਦੇ ਹਾਂ ਭਾਈ ਡੱਲਿਆ, ਤੈਨੂੰ ਕਿਹਾ ਵੀ 2 ਬੰਦੇ ਲਿਆ ਆਪਣੇ, ਤੇ ਲਿਆਏ ਨਹੀਂ ਸਿਪਾਹੀ ਕੋਈ। ਹਮਕੋ ਦੇਹੋ ਖਰੇ ਹੋਏ ਜੋਏ। ਤੇਰੇ ਤਗੜੇ ਕਹਿੰਦੇ ਜਰਨੈਲ, ਤੇਰੇ ਤਗੜੇ ਸੂਰਮੇ ਐ, ਵੀ 2 ਬੰਦੇ ਲਿਆ ਇੱਥੇ ਸਾਹਮਣੇ ਖਲਾਰ ਸਾਡੇ। ਮਾਰ ਤਫੰਗਨ ਪਰਖਨ ਠਾਨੈ। ਗੋਲੀ ਮਾਰ
ਮਾਰ ਕੇ ਤੇ ਬੰਦੂਕ ਪਰਖੀਏ ਵੀ ਕਿੰਨੀ ਕੁ ਤੇਜ਼ੀ ਦੇ ਨਾਲ, ਕਿੰਨੀ ਕੁ ਜ਼ੋਰ ਨਾਲ ਵਿੱਚੋਂ ਗੋਲੀ ਚੱਲਦੀ ਆ। ਕੇਤਕ ਘਾਵ ਕਰਹਿ ਸਭ ਜਾਣੈ। ਤੇ ਮਹਾਰਾਜ ਕਹਿੰਦੇ ਕਿੰਨੀ ਕੁ ਮਾਰ ਕਰਦੀ ਆ, ਸਾਰੇ ਜਾਣ ਲੈਣ ਵੀ ਕਿੱਥੋਂ ਕੁ ਤੀਕਰ ਬੰਦਾ ਮਾਰ ਸਕਦੀ ਏ ਬੰਦੂਕ। ਸੁਨ ਕਰ ਡੱਲੇ ਤੂਸ਼ਨ ਠਾਨੇ। ਉਹ ਸੁਣ ਕੇ ਦੂਜੀ ਵਾਰ ਵੀ ਡੱਲਾ ਚੁੱਪ ਹੀ ਰਿਹਾ, ਨੀਵੀਂ ਜੀ ਪਾਈ, ਕੁਝ ਬੋਲਿਆ ਨਾ। ਊਚ ਗਰੀਬ ਕਰ ਕੁਛ ਨ ਬਖਾਨੇ। ਤੀਕਰ ਵੀ ਧੌਣ ਵੀ ਤਾਂ ਨਹੀਂ ਚੁੱਕਦਾ ਤੇ ਮੂੰਹ ਵੀ ਹੁਣ ਕੁਝ ਬੋਲਦਾ ਨਹੀਂ। ਪਹਿਲਾਂ ਮਹਾਰਾਜ ਨੂੰ ਚੁੱਪ ਕਰਾਉਂਦੇ ਸੀ, ਇਹ ਬੋਲਣੋਂ ਨਹੀਂ ਸੀ ਹਟਦਾ। ਹੁਣ ਸਤਿਗੁਰੂ ਕਹਿੰਦੇ ਹਾਂ ਡਲਿਆ ਤੇ ਹੁਣ ਕੋਈ ਬੋਲਦਾ ਨਹੀਂ, ਅੱਗੋਂ ਜਵਾਬ ਨਹੀਂ ਦਿੰਦਾ। ਸੁਨ ਬੰਦਪ ਉਠ ਬਹੁ ਗਏ। ਦੂਜੀ ਵਾਰ ਮਹਾਰਾਜ ਨੇ ਕਿਹਾ ਤੇ ਜਿਹੜੇ ਸੁਬੰਧੀ ਸਨ ਉਹ ਪਿਛੋਂ ਉੱਠ ਕੇ ਬਹੁਤੇ ਚਲੇ ਗਏ। ਧੀਰ ਸਹਿਤ ਨੇ ਥਿਰਤਾ ਲਏ। ਵੀ ਧੀਰਜ ਨਾ ਰੱਖੀ ਵੀ ਕਿਤੇ ਸਾਡੀ ਵਾਰੀ ਨਾ ਆ ਜਾਏ, ਐਵੇਂ ਮੁੱਤ ਦੇ ਨਾ ਮਾਰੇ ਜਾਈਏ। ਚਾਕਰ ਨਹੀਂ ਜੇ ਡਰ ਟਿਕ ਰਹੇ। ਕਹਿੰਦੇ ਵੀ ਅਸੀਂ ਕਿਹੜੇ ਨੌਕਰ ਐ ਵੀ ਇੱਥੇ ਡਰ ਕੇ ਜਿਹੜਾ ਬੈਠੇ ਰਹੀਏ ਮਹਾਰਾਜ ਦੇ ਕੋਲ। ਹੋਤੇ ਭਰਾਤ ਗਮਨੇ ਚਿਤ ਚਾਹੇ। ਅਸੀਂ ਕਹੇ ਡੱਲੇ ਦੇ ਭਰਾ ਹੀ ਆ, ਸ਼ਰੀਕੇ ਜੋ ਹੀ ਆ, ਇਸ ਕਰਕੇ ਸਾਨੂੰ ਇਹ ਤੋਂ ਡਰਨ ਦੀ ਕੀ ਲੋੜ ਹੈ। ਏਦਾਂ ਸੋਚ ਕੇ ਤੇ ਸਾਰੇ ਚਿੱਤ ਵਿੱਚ ਆਉਂਦੇ ਆ ਵੀ ਆਪਾਂ ਘਰੇ ਪਹੁੰਚੀਏ। ਸਭਾ ਬਿਖੈ ਮੁਝ ਕੋ ਨ ਪਚਾਰੇ। ਏਦਾਂ ਨਾ ਹੋਵੇ ਵੀ ਡੱਲਾ ਚੌਧਰੀ ਸਾਰੀ ਸਭਾ 'ਚ ਮੈਨੂੰ ਹੀ ਨਾ ਆਵਾਜ਼ ਮਾਰੇ ਵੀ ਫਲਾਣਿਆ ਤੂੰ ਆ ਇੱਥੇ ਖਲੋ ਆ ਕੇ। ਜਾਓ ਖਰੋ ਹੋਏ ਗੁਰੂ ਅਗਾਰੇ। ਸਾਨੂੰ ਆਵਾਜ਼ਾਂ ਮਾਰ ਕੇ ਲਾ ਕੇ ਵੀ ਜਾਓ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਪਰਖਣੀ ਹੈ ਤੇ ਗੋਲੀ ਦਾ ਨਿਸ਼ਾਨਾ ਤੁਸੀਂ ਬਣ ਜਾਵੋ। ਇਮ ਚਿਤ ਜਾਣ ਤਰਾਸ ਧਰ ਗਏ। ਇਹਦਾ ਵਿਚਾਰ ਕੇ ਚਿੱਤ ਵਿੱਚ ਤਾਂ ਬਹੁਤਾ ਹੀ ਡਰ ਗਏ। ਨਹੀਂ ਸਭਾ ਮੈਂ ਸੋ ਥਿਰ ਭਏ। ਕੋਈ ਵੀ ਮਹਾਰਾਜ ਦੇ ਦੀਵਾਨ ਵਿੱਚ ਟਿਕ ਹੀ ਨਹੀਂ ਸਕਿਆ। ਸਤਿਗੁਰ ਖਿਆਲ ਤਿਨੋ ਤੇ ਟਾਲ। ਮਹਾਰਾਜ ਨੇ ਉਹਨਾਂ ਵੱਲ ਖਿਆਲ ਹੀ ਨਹੀਂ ਕੀਤਾ। ਉਹਨਾਂ ਨੂੰ ਉਹ ਲੱਗਦਾ ਵੀ ਸਾਨੂੰ ਜਾਂਦਿਆਂ ਨੂੰ ਕੋਈ ਵੇਖ ਨਹੀਂ ਰਿਹਾ ਤੇ ਮਹਾਰਾਜ ਵੀ ਜਾਣ ਕੇ ਉਹਨਾਂ ਨੂੰ ਕੁਝ ਕਹਿ ਨਹੀਂ ਰਹੇ ਤੇ ਹੋਰ ਪਾਸੇ ਖਿਆਲ ਧਿਆਨ ਕੀਤਾ। ਪਰਚੇ ਪਿਖਨ ਤੁਪਕ ਦਵੈ ਨਾਲ। ਉਸ ਬੰਦੂਕ ਦੀਆਂ ਦੋਵੇਂ ਨਾਲਾਂ ਪਰਖਣ ਵਿੱਚ ਲੱਗੇ ਐ, ਕਦੀ ਹੱਥ ਫੜ ਕੇ ਸਿੱਧੀ ਕਰਦੇ ਐ, ਕਦੀ ਕੁਝ ਵੇਖਦੇ ਮਹਾਰਾਜ। ਪੁੰਨ ਬਰੂਦ ਗੋਰੀ ਜੁਗ ਡਾਰੀ। ਇਹਦਾ ਫਿਰ ਬਾਦਸ਼ਾਹ ਨੇ ਕੀ ਕੀਤਾ ਵੀ ਗੱਜ ਦੇ ਨਾਲ ਬੰਦੂਕ ਠੋਕਿਆ ਤੇ ਦੋ ਗੋਲੀਆਂ ਵਿੱਚ ਬੰਦੂਕ ਦੇ ਪਾ ਦਿੱਤੀਆਂ। ਗੱਜ ਸੋ ਠੋਕ ਭਲੇ ਕੀ ਤਿਆਰੀ। ਗੱਜ ਦੇ ਨਾਲ ਠੋਕ ਕੇ ਸਾਹਿਬਾਂ ਨੇ ਬੰਦੂਕ ਚੰਗੀ ਤਰ੍ਹਾਂ ਤਿਆਰ ਕਰ ਲਈ ਦਸਮ ਪਾਤਸ਼ਾਹ ਨੇ। ਤ੍ਰਿਤੀ ਬਚਨ ਕੋ ਬਹੁਰ ਬਖਾਨਾ। ਬੰਦੂਕ ਦੇ ਵਿੱਚ ਦੋ ਗੋਲੀਆਂ ਠੋਕੀਆਂ ਤਾਂ ਤੀਸਰੀ ਵਾਰ ਫੇਰ ਮਹਾਰਾਜ ਭਾਈ ਡੱਲੇ ਨੂੰ ਕਹਿਣ ਲੱਗੇ ਰਹਿਓ ਨਾ ਕੋ ਰਾਖ ਤਿਸ ਥਾਨਾ। ਮਹਾਰਾਜ ਕਹਿੰਦੇ ਭਾਈ ਡੱਲਿਆ ਲਿਆ ਕੋਈ ਆਪਣਾ ਬੰਦਾ ਵੀ ਖਲਾਲ ਆਪਾਂ ਨੂੰ ਬੰਦੂਕ ਭਰ ਵੀ ਲਈ ਆ, ਗੋਲੀ ਚਲਾ ਕੇ ਪਰਖੀਏ। ਜਦੋਂ ਤੀਜੀ ਵਾਰ ਮਹਾਰਾਜ ਨੇ ਕਿਹਾ ਤੇ ਜਿਹੜਾ ਕੋਈ ਇੱਕ ਦੋ ਬੰਦੇ ਬੈਠੇ ਸੀ ਉਹ ਭੱਜ ਗਏ। ਤਬ ਤੋਰਾ ਸੁਲਗਾਏ ਮੰਗਾਇਓ। ਇਧਰ ਮਹਾਰਾਜ ਸਾਹਿਬ ਜੀ ਨੇ ਤੋੜਾ ਸੁਲਗਾ ਕੇ ਮੰਗਾਇਆ, ਜਿਹਦੇ ਨਾਲ ਪਲੀਤੇ ਨੂੰ ਲਾ ਕੇ ਕਲਾ ਦੱਬ ਕੇ ਗੋਲੀ ਚਲਾਈ ਦੀ ਤੋੜੇਦਾਰ ਬੰਦੂਕ ਨੂੰ। ਇੱਕ ਸਿੱਖ ਸੰਗ ਹੁਕਮ ਫਰਮਾਇਓ। ਤਿੰਨ ਵਾਰ ਕਹੇ ਤੋਂ ਵੀ ਡੱਲੇ ਨੇ ਵੇਖਿਆ ਬੰਦੇ ਦੇ ਸਾਰੇ ਭੱਜ ਗਏ ਆ, ਨੀਵੀਂ ਪਾਈ ਚੁੱਪ ਬੈਠਾ। ਇਹਦਾ ਦਿਲ ਵੀ ਡਰ ਰਿਹਾ ਕਿਤੇ ਮਹਾਰਾਜ ਮੈਨੂੰ ਨਾ ਕਹਿਣ ਵੀ ਚੱਲ ਜੇ ਹੋਰ ਨਹੀਂ ਕੋਈ ਆਉਂਦਿਆ ਤੇ ਡੱਲਿਆ ਤੂੰ ਹੀ ਖਲੋ ਜਾ। ਇਹਦਾ ਦਿਲ ਧੜਕ ਰਿਹਾ ਏ। ਤੇ ਸਤਿਗੁਰੂ ਸਾਹਿਬ ਨੇ ਬੰਦੂਕ ਕਰਕੇ ਤਿਆਰ। ਇੱਕ ਮਹਾਰਾਜ ਦੇ ਕੋਲ ਅਰਦਾਸੀ ਸਿੱਖ ਖੜਾ ਸੀ, ਉਹਨੂੰ ਕਹਿਣ ਲੱਗੇ ਦਵੈ ਰੰਗ ਰੇਟੇ ਸਿੱਖ ਤਿਸ ਥਾਏ। ਮਹਾਰਾਜ ਕਹਿੰਦੇ ਜਾ ਸਿੱਖਾ, ਉਹ ਸਾਡਾ ਜਿੱਥੇ ਘੋੜੇ ਵੱਜੇ ਆ ਨਾ ਉਥੇ ਦਲ ਦੇ ਵਿੱਚ ਸਾਡੇ ਦੋ ਰੰਗਰੇਟੇ ਸਿੱਖ ਵੀਰ ਸਿੰਘ ਤੇ ਧੀਰ ਸਿੰਘ ਬੈਠੇ ਹਨ। ਫਿਰੇ ਦੂਰ ਦੇਖੋ ਦ੍ਰਿਗ ਲਾਏ। ਉਹ ਮਹਾਰਾਜ ਨੂੰ ਦੇਖਦੇ ਸਨ। ਸਾਹਿਬ ਕਹਿੰਦੇ ਉਹ ਦੂਰ ਸਾਹਮਣੇ ਵੇਖ। ਕਹਿੰਦਾ ਹਾਂ। ਸਾਹਿਬ ਕਹਿੰਦੇ ਉਧਰ ਧਿਆਨ ਲਾ ਕੇ ਵੇਖ, ਉਹ ਦੋ ਸਾਡੇ ਰੰਗਰੇਟੇ ਸਿੱਖ ਬੈਠੇ ਆ, ਉੱਥੇ ਚਲਿਆ ਜਾ ਵੀਰ ਸਿੰਘ ਤੇ ਧੀਰ ਸਿੰਘ ਦੇ ਕੋਲ। ਨਾਮ ਦੋਹਨ ਮੈਂ ਨਹਿ ਕੇ ਲਿਜ। ਮਹਾਰਾਜ ਕਹਿੰਦੇ ਦੋ ਜਾਣੇ ਨੇ ਤੇ ਦੋਵਾਂ ਦੇ ਕੋਲ ਜਾ ਕੇ ਉਹਨਾਂ ਦਾ ਇੱਕ ਜਾਣੇ ਦਾ ਕਿਸੇ ਦਾ ਨਾਮ ਲੈ ਕੇ ਨਾ ਆਵਾਜ਼ ਮਾਰੀ। ਨਾਮ ਨਾ ਕਿਸੇ ਦਾ ਵੀ ਲਵੀਂ। ਗੁਰੂ ਹਕਾਰ ਤੇ ਇਮ ਕਹਿ ਦੀਜੈ। ਸੱਚੀ ਗੱਲ ਜਾ ਕੇ ਉਹਨਾਂ ਲਾਗੇ ਕਹਿ ਦੇ ਵੀ ਏਦਾਂ ਬੰਦੂਕ ਆਈ ਆ ਤੇ ਕਲਗੀਧਰ ਮਹਾਰਾਜ ਨੇ ਚਲਾ ਕੇ ਵੇਖਣੀ ਪਰਖਣੀ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਸਾਦੇ ਹਨ ਇੱਕ ਜਾਣੇ ਨੂੰ। ਹਤਹਿ ਤੁਪਕ ਇਹ ਦੇਹੋ ਬਤਾਈ। ਇਹ ਗੱਲ ਮਹਾਰਾਜ ਕਹਿੰਦੇ ਉਹਨਾਂ ਨੂੰ ਦੱਸ ਦਈ ਵੀ ਇੱਕ ਬੰਦੂਕ ਨਵੀਂ ਕਿਸੇ ਨੇ ਭੇੜਾ ਕੀਤੀ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਬੰਦੂਕ ਚਲਾ ਕੇ ਗੋਲੀ ਮਾਰ ਕੇ ਵੇਖਣੀ ਆ ਤੇ ਨਾਮ ਨਾ ਤੂੰ ਕਿਸੇ ਦਾ ਲਈ। ਉਹ ਦੋਵਾਂ ਦਾ ਨਾਮ, ਇੱਕ ਦਾ ਨਾਮ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ, ਇਹ ਦੋ ਸਿੰਘ ਸਨ।
ਮਹਾਰਾਜ ਕਹਿੰਦੇ ਵੀ ਨਾਮ ਨਹੀਂ ਕਿਸੇ ਦਾ ਲੈਣਾ ਸਿੰਘਾ, ਤੇ ਜਾ ਕੇ ਕਹਿ ਦੇ ਵੀ ਗੁਰੂ ਸਾਹਿਬ ਬੰਦੂਕ ਪਰਖਣ ਲਈ ਸੱਦ ਰਹੇ ਹਨ। ਪਰਖਣ ਹੇਤ ਘਾਵ ਕੋ ਘਾਈ, ਪਰਖਣਾ ਚਾਹੁੰਦੇ ਨੇ, ਗੋਲੀ ਮਾਰ ਕੇ ਵੇਖਣਾ ਚਾਹੁੰਦੇ ਨੇ ਵੀ ਕਿੱਡਾ ਫੱਟ ਮਾਰਦੀ ਹੈ, ਬੰਦਾ ਮਰਦਾ ਜਾਂ ਨਹੀਂ ਮਰਦਾ। ਸੁਣ ਸਿੱਖ ਗਇਓ ਸਜਾਏ ਅਲਾਵੇ, ਮਹਾਰਾਜ ਦੀ ਇਹ ਆਗਿਆ ਸੁਣ ਕੇ ਉਸ ਵੇਲੇ ਉਹ ਸਿੱਖ ਉਸ ਪਾਸੇ ਨੂੰ ਗਿਆ ਜਿੱਥੇ ਉਹ ਰੰਗਰੇਡੇ ਸਿੱਖ ਸਨ। ਹਿਤ ਹਤ ਬੇਕ ਗੁਰੂ ਬੁਲਾਵੇ, ਉਹਨਾਂ ਦੇ ਕੋਲ ਆਇਆ ਤੇ ਆ ਕੇ ਕਹਿਣ ਲੱਗਾ ਭਾਈ ਗੋਲੀ ਮਾਰਨ ਵਾਸਤੇ ਗੁਰੂ ਸਾਹਿਬ ਜੀ ਸੱਦਦੇ ਹਨ। ਮੈਂ ਦੋਨੋਂ ਤਬ ਪਾਗ ਸੰਭਾਰੀ, ਪਿਛਲਾ ਜਿਹਾ ਪਹਿਰ ਹੋਇਆ ਸੀ ਤੇ ਸਿੰਘ ਦਮਾਲੇ ਸਜਾ ਰਹੇ ਸਨ ਦੋਵੇਂ, ਤੇ ਦਮਾਲੇ ਬੰਨੇ ਵੀ ਪੂਰੇ ਨਹੀਂ ਸਨ। ਕੁਛ ਸਿਰ ਪਰ ਕੁਛ ਕਰ ਮੈਂ ਧਾਰੀ, ਕੁਝ ਕਹਿੰਦੇ ਵੀ ਪੇਜ ਜਿਹੜੇ ਹਨ ਨਾ ਸਿਰ ਦੇ ਉੱਤੇ ਇਹਨਾਂ ਨੇ ਲਪੇਟੇ, ਤੇ ਕੁਝ ਹੱਥ ਦੇ ਵਿੱਚ ਦਮਾਲਾ ਫੜਿਆ ਹੋਇਆ ਦੋਵਾਂ ਸਿੰਘਾਂ ਨੇ। ਝਗੜ ਤੇ ਆਵੇ ਦੋਨੋਂ ਚਲੇ, ਦੋਵੇਂ ਕਹਿੰਦੇ ਭੱਜੇ ਉਸੇ ਵੇਲੇ ਹੀ, ਇੱਕ ਹੱਥ ਦੇ ਵਿੱਚ ਫੜ ਕੇ ਦਸਤਾਰਾ ਜਿਹੜਾ ਚੜਾਉਣ ਵਾਲਾ ਰਹਿੰਦਾ ਸਜਾਉਣ ਵਾਲਾ, ਇੱਕ ਦੂਜੇ ਨੂੰ ਧੱਕਾ ਮਾਰਦੇ ਝਗੜਦੇ ਆ। ਉਹ ਕਹਿੰਦਾ ਮੈਨੂੰ ਸੱਦਿਆ ਗੁਰੂ ਸਾਹਿਬ ਨੇ, ਦੂਜਾ ਕਹਿੰਦਾ ਮੈਨੂੰ ਗੁਰੂ ਸਾਹਿਬ ਨੇ ਸੱਦਿਆ ਏ। ਸਭਾ ਸਹਿਤ ਗੁਰ ਆਗੇ ਖਲੇ, ਕਹਿੰਦਾ ਇੱਕ ਦੂਜੇ ਨੂੰ ਧੱਕਾ ਮਾਰ ਕੇ ਇੱਕ ਦੂਜੇ ਤੋਂ ਅੱਗੇ ਲੰਘਦੇ ਆ, ਝਗੜਦੇ ਆ। ਦੋਵੇਂ ਜਾਣੇ ਸਾਰੀ ਸਭਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੱਗੇ ਆ ਕੇ ਖਲੋ ਗਏ। ਤੁਮ ਮੈਂ ਤੇ ਹਮ ਏਕ ਹਕਾਰ, ਮਹਾਰਾਜ ਕਹਿੰਦੇ ਉਹ ਸਿੰਘੋ ਲੜਦੇ ਕਿਉਂ, ਤੁਹਾਡੇ ਚੋਂ ਤਾਂ ਅਸੀਂ ਇੱਕ ਨੂੰ ਸੱਦਿਆ ਸੀ ਵੀ ਇੱਕ ਜਾਣਾ ਆਇਆ ਉਹ ਸਾਡੇ ਕੋਲ। ਕਿਮ ਦੋ ਥਿਰ ਝਗੜਾ ਡਰ, ਤੁਸੀਂ ਦੋਵੇਂ ਆਪਸ ਵਿੱਚ ਕਿਉਂ ਲੜੀ ਜਾਂਦੇ ਹੋ, ਇਹਦਾ ਕੀ ਕਾਰਨ ਹੈ? ਕਹੈ ਜੋਰ ਕਰ ਗਇਓ ਹਕਾਰਨ, ਭਾਈ ਵੀਰ ਸਿੰਘ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜਿਹੜਾ ਤੁਹਾਡਾ ਸਿੱਖ ਸਾਨੂੰ ਸੱਦਣ ਵਾਸਤੇ ਗਿਆ, ਨੈ ਇੱਕ ਕੋ ਕੀ ਨਾਮ ਉਚਾਰਨ, ਉਹਨੇ ਸਾਡੇ ਦੋਵਾਂ ਚੋਂ ਕਿਸੇ ਇੱਕ ਦਾ ਨਾਮ ਨਹੀਂ ਉਚਾਰਿਆ, ਸਾਡੀ ਨਾਮ ਲੈ ਕੇ ਥੋੜਾ ਆਵਾਜ਼ ਮਾਰੀ ਹੈ। ਜਿਸ ਕਰਕੇ ਮਹਾਰਾਜ ਮੈਂ ਚਾਹੁੰਦਾ ਏ ਵੀ ਤੁਸੀਂ ਨਿਸ਼ਾਨਾ ਮੇਰੇ ਮਾਰ ਕੇ ਫੇਰ ਬੰਦੂਕ ਪਰਖੋ। ਇਹ ਮੈਨੂੰ ਧੱਕੇ ਮਾਰ ਕੇ ਵੇਖੋ ਪਛਾਣ ਕਰੀ ਜਾਂਦਾ ਹੈ, ਮੇਰੇ ਤੋਂ ਹੈ ਵੀ ਨਿੱਕਾ, ਇਹ ਕਹਿੰਦਾ ਵੀ ਬੰਦੂਕ ਗੋਲੀ ਮਾਰ ਕੇ ਮੇਰੇ ਪਰਖੋ। ਮਹਾਰਾਜ ਇਸ ਕਰਕੇ ਅਸੀਂ ਝਗੜ ਰਹੇ ਹਾਂ। ਮੈਂ ਚਾਹੋ ਥਿਰ ਅਗਰ ਤੁਫੰਗਾ, ਬਾਦਸ਼ਾਹ ਜੀ ਮੈਂ ਵੇਖੋ ਇਹ ਤੋਂ ਵੱਡਾ ਏ ਤੇ ਮੈਂ ਚਾਹੁੰਦਾ ਏ ਵੀ ਮੇਰੇ ਗੋਲੀ ਮਾਰੋ ਤੁਸੀਂ, ਇਹ ਮਹਾਰਾਜ ਚਾਹੁੰਦਾ ਹੈ ਵੀ ਮੇਰੇ ਗੋਲੀ ਵੱਜੇ। ਇਹ ਚਾਹਤ ਝਗਰਤ ਮੁਝ ਸੰਗ, ਇਹ ਮਹਾਰਾਜ ਆਪ ਅੱਗੇ ਹੋਣੀ ਵੇਖੋ ਮੈਨੂੰ ਧੱਕੇ ਮਾਰ ਕੇ ਪਛਾਣ ਕਰ ਰਿਹਾ ਹੈ ਤੇ ਮੇਰੇ ਨਾਲ ਝਗੜਦਾ ਹੈ। ਮੋਹ ਪਰ ਹੱਥ ਪਰ ਖੋ ਅਬ ਪ੍ਰਭ ਅਬੈ, ਇਹਦਾ ਇਹ ਦੋਵੇਂ ਸਿੰਘ ਉਹ ਇੱਕ ਕਹਿੰਦਾ ਮਹਾਰਾਜ ਮੇਰੇ ਦੇ ਨਿਸ਼ਾਨਾ ਬਣਾ ਕੇ ਤੇ ਮੇਰੇ ਗੋਲੀ ਮਾਰ ਕੇ ਬੰਦੂਕ ਪਰਖੋ, ਦੂਜਾ ਕਹਿੰਦਾ ਮਹਾਰਾਜ ਮੇਰੇ ਗੋਲੀ ਮਾਰ ਕੇ ਬੰਦੂਕ ਪਰਖੋ। ਸੁਣ ਪ੍ਰਸੰਨ ਹੋਏ ਗੁਰ ਤਬੈ, ਗੁਰੂ ਕਰ ਗਈ ਤਰ ਮਹਾਰਾਜ ਸੁਣ ਕੇ ਦੋਵਾਂ ਕੋ ਬਹੁਤੇ ਪ੍ਰਸੰਨ ਹੋਏ, ਕਹਿਣ ਲੱਗਿਆ ਡਲਿਆ ਆ ਵੇਖ ਆਈ ਸਾਡੇ ਸਿੰਘਾ, ਇਹਨੇ ਹੀ ਕੀ ਕਿਰਪਾ ਕੇ ਸਜੇ ਹਮ ਨਹੀਂ ਮੋਹ ਸੇ ਗਰੀਬਾ, ਕਰੋੜ ਪਰੇ ਡਲਿਆ ਆਇਓ ਖਾਸਾ मेरो रूप है खास खास से मैं हूँ करो निवास। आ मेरे ਸਿੰਘੀਓ ਡਲਿਆ ਤੇ ਡੱਲੇ ਦੀ ਨੀਵੀ ਪਈ ਹੋਈ ਆ, ਦੇਖੋ ਡੱਲਾ ਇਨ ਸਮਬੀਰ, ਮਹਾਰਾਜ ਸਾਹਿਬ ਕਹਿੰਦੇ ਡੱਲਿਆ ਤੂੰ ਕਹਿੰਦਾ ਸੀ ਵੀ ਮੈਂ ਹੁੰਦਾ ਤੇ ਆਨੰਦਪੁਰ ਇਦਾਂ ਕਰਦਾ ਉਦਾਂ ਕਰਦਾ, ਆ ਦੋਵਾਂ ਸਿੰਘਾਂ ਵੱਲ ਵੇਖ ਇਹਨਾਂ ਵਰਗੇ ਜਿਹੜੇ ਸੂਰਮੇ ਹਨ, ਜੰਗ ਕਰਨ ਹਿਤ ਹਮਰੇ ਤੀਰ, ਇਦਾਂ ਦੇ ਸੂਰਮੇ ਮਹਾਰਾਜ ਕਹਿੰਦੇ ਜੰਗ ਕਰਨ ਸਮੇਂ ਸਾਡੇ ਕੋਲ ਸਨ। ਜਦੋਂ ਆਨੰਦਪੁਰ ਚਮਕੌਰ ਸਾਹਿਬ ਜੰਗ ਹੋਈ, ਜਿਹੜੇ ਇੱਕ ਆਵਾਜ਼ ਦੇ ਨਾਲ ਗੁਰੂ ਦੀ ਗੋਲੀ ਦਾ ਨਿਸ਼ਾਨਾ ਬਣਨਾ ਲੋਚਦੇ, ਇਹੋ ਜਿਹੇ ਸਾਡੇ ਕੋਲ ਆਨੰਦਪੁਰ ਵਿੱਚ ਸਿੰਘ ਸੂਰਮੇ ਸਨ। ਸੁਬਟ ਤੀਨ ਸੈ ਤੁਝ ਸੰਗ ਜੋ, ਆਸ਼ਾ ਕਹਿੰਦੇ ਹੋ ਜਿਹੜੇ 300 ਸੂਰਮੇ ਤੇਰੇ ਕੋਲ ਆ ਤੇ ਜਿਨ੍ਹਾਂ ਦਾ ਤੂੰ ਮਾਣ ਕਰਦਾ ਏ। ਦੇਖ ਭਲੀ ਬਿਦ ਹੈ ਕਿਤ ਕੋ, ਵੇਖ ਚੰਗੀ ਤਰ੍ਹਾਂ ਪਛਾਣ ਦਾ ਮੁੜ ਕੇ ਵੇਖ 300 ਦੇ ਵਿੱਚੋਂ ਕੋਈ ਇੱਕ ਵੀ ਤੇਰਾ ਖਲੋਤਾ, ਹਾਲਾਂਕਿ ਅਸੀਂ ਇੱਕ ਬੰਦੂਕ ਪਰਖਣ ਦੀ ਗੱਲ ਕੀਤੀ ਆ। ਹਮ ਹਿਤ ਤਨ ਕੋ ਲੋਭ ਨਾ ਇਨਕੇ, ਆਸ਼ਾ ਕਹਿੰਦੇ ਜਿਹੜੇ ਸਾਡੇ ਸਿੰਘ ਹੈ ਨਾ ਸਾਡੇ ਵਾਸਤੇ ਸਰੀਰ ਦਾ ਲੋਭ ਵੀ ਨਹੀਂ ਕਰਦੇ। ਜੇ ਕਾਇਰ ਨੈ ਧੀਰਜ ਤਿਨਕੇ, ਜਿਹੜੇ ਕਾਇਰ ਹੁੰਦੇ ਨੇ ਉਹਨਾਂ ਦੇ ਦਿਲ ਵਿੱਚ ਧੀਰਜ ਨਹੀਂ ਹੈ। ਵੇਖ ਤੇਰੇ ਬੰਦੇ ਕਾਇਰ ਨਿਕਲੇ ਸਾਰੇ ਭੱਜ ਗਏ ਜਿਨ੍ਹਾਂ ਤੇ ਤੂੰ ਮਾਣ ਕਰਦਾ ਸੀ। ਕਹਾਂ ਲਗੇ ਹਮ ਮਾਰਨ ਤਿਨਕੋ, ਮਹਾਰਾਜ ਸਾਹਿਬ ਨੇ ਉਹ ਫਿਰ ਵਚਨ ਕਰਦਿਆਂ ਤੇ ਸਾਧ ਸੰਗਤ ਗੋਲੀ ਚਲਾਈ ਤੇ ਦੋਵਾਂ ਸਿੰਘਾਂ ਦੇ ਉੱਪਰ ਦੀ ਕੱਢ ਦਿੱਤੀ। ਤੇ ਬਾਦਸ਼ਾਹ ਕਹਿਣ ਲੱਗੇ ਡਲਿਆ ਸੀ ਤੇ ਪਰਖ ਹੀ ਰਹੇ ਸਾਂ,
ਅਸੀਂ ਕਿਤੇ ਤੇਰਾ ਬੰਦਾ ਕੋਈ ਮਾਰ ਥੋੜਾ ਦੇਣ ਲੱਗੇ ਸੀ, ਕਿੱਥੇ ਅਸੀਂ ਉਹਦੀ ਛਾਤੀ ਵਿੱਚ ਚਲਾ ਕੇ ਮਾਰਨ ਲੱਗੇ ਸਾਂ ਜੇ ਕੋਈ ਅੱਗੇ ਆ ਜਾਂਦਾ। ਬਾਕ ਸੁਨਤ ਹਰ ਧੀਰਜ ਮਨ ਕੋ। ਪਾਤਸ਼ਾਹ ਜੀ ਕਹਿੰਦੇ ਗੱਲ ਤਾਂ ਸਿਰਫ ਆਪਣੇ ਗੁਰੂ ਦੇ ਉੱਤੇ ਭਾਵਨਾ ਦੀ ਹੈ ਵੀ ਸਾਡੇ ਦਾ ਬਚਨ ਸੁਣਦੇ ਸਾਰੇ ਧੀਰਜ ਨਾਸ਼ ਕਰਕੇ ਨਸ ਗਏ। ਜਬਰਣ ਪਰਹਿ ਤਫੰਗ ਅਗਾਰੀ। ਜਿਹੜਾ ਤੂੰ ਕਹਿੰਦਾ ਏ ਵੀ ਮੇਰੇ 300 ਜਵਾਨ ਆਉਣੇ ਸੀ ਆਨੰਦਪੁਰ, ਇੱਥੇ ਤਾਂ ਕੇਵਲ ਗੋਲੀ ਚਲਾਉਣ ਦੀ ਗੱਲ ਹੀ ਕੀਤੀ ਆ, ਤੇ ਜੇ ਚੱਲਦੀਆਂ ਗੋਲੀਆਂ ਦੇ ਵਿੱਚ ਜੰਗ ਦੇ ਅੱਗੇ ਇਹਨਾਂ ਨੂੰ ਆਉਣਾ ਪੈਂਦਾ। ਮਾਰਨ ਮਰਨ ਹੋਏ ਤਿਸ ਬਾਰੀ। ਮਾਰਨਾ ਤੇ ਮਰਨਾ ਹੁੰਦਾ ਜੰਗ ਦੇ ਵਿੱਚ। ਤਬ ਤੇਰੇ ਭਟ ਠਹਿਰ ਨ ਸਕੈ। ਮਹਾਰਾਜ ਕਹਿੰਦੇ ਡੱਲਿਆ ਤੇਰੇ ਸੂਰਮਿਆਂ ਕੋ ਠਹਿਰਿਆ ਨਹੀਂ ਸੀ ਜਾਣਾ, ਵੱਧਦੀਆਂ ਗੋਲੀਆਂ 'ਚ ਮੇਰੇ ਆ ਜਿਹੜੇ ਰੰਗਰੇਡੇ ਨੇ ਇਹੋ ਜਿਹੇ ਨੇ ਖਲੋਣਾ ਸੀ। ਅਪਰ ਬਿਗਾਰ ਭਾਜ ਬੋ ਤਕੈ। ਬਾਕੀ ਤਾਂ ਸਾਰੇ ਕਹਿੰਦੇ ਭੱਜ ਜਾਣੇ ਸਨ ਆਪਣੀ ਜਾਨ ਬਚਾਉਣ ਵਾਸਤੇ ਵਗਾਰੀ ਲੋਕ। ਜਾਂਤੇ ਮਾਂ ਵੀਰ ਹਮ ਸੰਗ। ਇਸ ਕਰਕੇ ਇਹ ਸੂਰਮੇ ਜਿਹੜੇ ਨੇ ਨਾ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਵਰਗੇ ਵੱਡੇ ਵੱਡੇ ਮਾਂ ਵੀਰ ਰਹਿੰਦੇ ਨੇ ਸਾਡੇ ਨਾਲ। ਲੱਖੋਂ ਤੁਰਕ ਹਤੇ ਵਿੱਚ ਜੰਗਾ। ਜਿਨ੍ਹਾਂ ਨੇ ਲੱਖਾਂ ਵੈਰੀ ਜੰਗ ਕਰਕੇ ਮਾਰੇ ਨੇ। ਡੱਲੇ ਕੋ ਹੰਕਾਰ ਉਤਾਰ। ਮਹਾਰਾਜ ਨੇ ਕੌਤਕ ਕਰਕੇ ਭਾਈ ਡੱਲੇ ਦਾ ਹੰਕਾਰ ਦਾ ਜਿਹੜਾ ਪਾਰਾ ਸਿਰ ਨੂੰ ਚੜਿਆ ਸੀ ਉਹ ਸਾਰਾ ਹੀ ਲਾ ਦਿੱਤਾ। ਸਤ ਸਤ ਕਰ ਜੋਰੀ ਉਚਾਰਾ। ਹੱਥ ਜੋੜੇ ਮਹਾਰਾਜ ਸਤ ਹੋ ਧੰਨ ਹੋ ਆਪ ਏਦਾਂ ਹੀ ਹੈ। ਅਦਭੁਤ ਖਿਆਲ ਦੇਖ ਬਿਸਮਾਏ। ਮਹਾਰਾਜ ਦਾ ਇਸ ਤਰ੍ਹਾਂ ਦਾ ਅਚਰਜੀ ਕੌਤਕ ਵੇਖ ਕੇ ਸਾਰੇ ਹੈਰਾਨ ਹੋ ਗਏ। ਅਦਭੁਤ ਖਿਆਲ ਦੇਖ ਬਿਸਮਾਏ। ਸਭਾ ਸੁਣ ਸੁਣ ਮੁਦ ਪਾਏ। ਸਾਰੀ ਸਭਾ ਨੇ ਸੁਣ ਸੁਣ ਕੇ ਬੜੀ ਖੁਸ਼ੀ ਪਾਈ ਵੀ ਮਹਾਰਾਜ ਸਾਹਿਬ ਦੇ ਚੋਜ ਨਰਾਲੇ ਨੇ, ਤਾਈਓ ਚੋਜੀ ਪ੍ਰੀਤਮ ਕਹਿੰਦੇ ਨੇ। ਐਵੇਂ ਭਾਈ ਡੱਲਾ ਹੰਕਾਰ ਜਿਹਾ ਕਰਦਾ ਸੀ। ਮਹਾਰਾਜ ਸਾਹਿਬ ਜੀ ਨੇ ਜਦੋਂ ਪਰਖਿਆ ਤੇ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਅੱਗੇ ਆਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜਿਹੜਾ ਕੋਈ ਹੰਕਾਰ ਕਰਦਾ ਸਤਿਗੁਰੂ ਨਾਲ ਦੀ ਨਾਲ ਹੀ ਉਹਦਾ ਹੰਕਾਰ ਨਿਵਰਤ ਕਰ ਦਿੰਦੇ ਨੇ। ਗੁਰੂ ਦੇ ਐਸੇ ਸੂਰਮੇ ਨੇ ਜਿਹੜੇ ਆਪਾ ਕੁਰਬਾਨ ਕਰਨਾ ਜਾਣਦੇ ਨੇ, ਜਿਨ੍ਹਾਂ ਚੋਂ ਐਸੇ ਹੀ ਮਹਾਨ ਸੂਰਮੇ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ, ਜਿਨ੍ਹਾਂ ਨੇ ਲੱਥੇ ਸਿਰ ਤੋਂ ਵੀ ਵੈਰੀਆਂ ਦੇ ਆਹੂ ਲਾਏ। ਉਹਨਾਂ ਮਹਾਂਪੁਰਖਾਂ ਦਾ ਅੱਜ ਜਨਮ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਸੈਨ ਕਰਾ ਜਾ ਬਾਬਾ ਦੀ ਸੰਜਰ ਮੈਂ ਪਾਵੇ ਨਿਹਾਲ ਜਾਵੇ। ਸ੍ਰੀ ਅਕਾਲ ਗੁਰਮਿਆ ਕਾਲ ਦੇ ਦੇਖ ਗੁਰੂ ਖਾਲਸੇ ਦੀ ਆਰਮਤਾਂ ਤੇ ਵਾਹਿਗੁਰੂ।